सत श्री अकाल जी। जी पंजाब हरियाणा हिमाचल देख रहे सारे दर्शकों का बहुत बहुत स्वागत। मैं हवा सुमन चंदा। धंधा है पर गंदा है। ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੂਬੇ ਦੀ ਸਿਆਸਤ ਪਿਛਲੇ ਕਈ ਸਾਲਾਂ ਤੋਂ ਗਰਮਾਈ ਹੋਈ ਹੈ। ਭਾਵੇਂ ਗੱਲ ਅਕਾਲੀ ਭਾਜਪਾ ਸਰਕਾਰ ਦੀ ਹੋਵੇ ਜਾਂ ਫਿਰ ਮੌਜੂਦਾ ਸਰਕਾਰ ਵੇਲੇ ਦੀ, ਹਰ ਸਰਕਾਰ ਤੇ ਇਹੀ ਇਲਜ਼ਾਮ ਲੱਗੇ ਕਿ ਸਰਕਾਰ ਦੀ ਸ਼ਹਿ ਤੇ ਸੂਬੇ ਅੰਦਰ ਮਾਈਨਿੰਗ ਮਾਫੀਆ ਸਰਗਰਮ ਹੋ ਰਿਹਾ। ਪਿਛਲੀ ਸਰਕਾਰ ਤੇ ਵੀ ਇਹੀ ਇਲਜ਼ਾਮ ਸੀ ਤੇ ਮੌਜੂਦਾ ਸਰਕਾਰ ਤੇ ਵੀ ਇਹੀ ਇਲਜ਼ਾਮ ਲੱਗੇ। ਕਰੋੜਾਂ ਰੁਪਏ ਦਾ ਚੂਨਾ ਆਮ ਜਨਤਾ ਨੂੰ ਵੀ ਲਗਾਇਆ ਜਾ ਰਿਹਾ ਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਬੋਝ ਆਮ ਲੋਕਾਂ ਤੇ ਹੀ ਪੈ ਰਿਹਾ। ਜੇਬ ਢਿੱਲੀ ਆਮ ਲੋਕਾਂ ਦੀ ਹੀ ਹੋ ਰਹੀ ਹੈ। ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਆਮ ਲੋਕ ਹੀ ਹੋ ਰਹੇ ਨੇ। ਵਿਰੋਧੀਆਂ ਨੇ ਕਈ ਸਵਾਲ ਖੜੇ ਕੀਤੇ। ਸਵਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਚੁੱਕੇ ਜਾ ਰਹੇ ਨੇ ਤੇ ਪ੍ਰਸ਼ਾਸਨ ਤੇ ਵੀ। ਇਹ ਵੀ ਦੱਸ ਦਈਏ ਕਿ ਰੋਪੜ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਐਨਜੀਟੀ ਵੱਲੋਂ ਕੀਤੀ ਗਈ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਹੈ ਉਹ ਸਿਰੇ ਚੜੀ। ਐਨਜੀਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਜਾਰੀ ਕੀਤੇ ਗਏ। ਹੁਕਮਾਂ ਦੇ ਮੁਤਾਬਕ ਨਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਕੋਲੋਂ 315 ਕਰੋੜ ਰੁਪਏ ਵਸੂਲੇ ਜਾਣ। ਤੁਹਾਨੂੰ ਦੱਸ ਦਈਏ ਕਿ ਰੋਪੜ ਜ਼ਿਲ੍ਹੇ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਸੀ, ਉਸ ਮਾਮਲੇ ਦੇ ਵਿੱਚ ਐਨਜੀਟੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ 315 ਕਰੋੜ ਰੁਪਏ ਜਿਹੜੇ ਨੇ ਠੇਕੇਦਾਰਾਂ ਕੋਲੋਂ ਵਸੂਲਣ ਦੇ, ਜੋ ਕਿ ਅੱਜ ਤੱਕ ਨਹੀਂ ਵਸੂਲੇ ਗਏ। ਇਸੇ ਦੀ ਅੱਜ ਅਸੀਂ ਚਰਚਾ ਕਰਾਂਗੇ ਤੇ ਸਵਾਲ ਇਹ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇਹ ਸੂਬੇ ਅੰਦਰ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਕੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਐਨਜੀਟੀ ਦੇ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਜੀ ਪੰਜਾਬ ਹਰਿਆਣਾ ਹਿਮਾਚਲ ਦੇ ਕੈਮਰੇ 'ਚ ਜੋ ਤਸਵੀਰਾਂ ਕੈਦ ਹੋਈਆਂ ਉਹ ਸੂਬੇ ਅੰਦਰ ਹੋ ਰਹੀ ਮਾਈਨਿੰਗ ਦੀ ਪੋਲ ਖੋਲਣ ਨੂੰ ਕਾਫੀ ਨੇ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਇਲਾਕਿਆਂ 'ਚ ਵੀ ਮਾਈਨਿੰਗ ਮਾਫੀਆ ਸਰਗਰਮ ਨਜ਼ਰ ਆਇਆ। ਜੀ ਪੰਜਾਬ ਹਰਿਆਣਾ ਹਿਮਾਚਲ ਦੀ ਗਰਾਊਂਡ ਰਿਪੋਰਟ 'ਚ ਮਾਈਨਿੰਗ ਮਾਫੀਆ ਬੇਨਕਾਬ ਹੁੰਦਾ ਹੋਇਆ ਨਜ਼ਰ ਆਇਆ। ਸਾਡੀ ਟੀਮ ਵੱਲੋਂ ਰੋਪੜ, ਸ੍ਰੀ ਅਨੰਦਪੁਰ ਸਾਹਿਬ, ਬਲਾਚੌਰ ਦੇ ਵਿੱਚ ਜਿਹੜਾ ਦੌਰਾ ਕੀਤਾ ਗਿਆ, ਜਿਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਹੁੰਦੇ ਨੇ। ਇਸੇ ਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਵੇਖਦੇ ਹਾਂ ਸਾਡੇ ਵੱਖ-ਵੱਖ ਸਹਿਯੋਗੀਆਂ ਦੀ ਖਾਸ ਰਿਪੋਰਟ। ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਖਤੀ ਦੇ ਦਾਅਵੇ ਕੀਤੇ ਜਾਂਦੇ ਨੇ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ। ਪਰ ਜੋ ਤਸਵੀਰਾਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਕੈਮਰੇ ਤੇ ਕੈਦ ਹੋਈਆਂ ਉਹ ਇਹਨਾਂ ਦਾਅਵਿਆਂ ਦੀ ਪੋਲ ਖੋਲਣ ਨੂੰ ਕਾਫੀ ਨੇ। ਸਾਡੇ ਕੈਮਰੇ 'ਚ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਕੈਦ ਹੋਈਆਂ ਜਿੱਥੇ ਧੜੱਲੇ ਦੇ ਨਾਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਬਿਨਾਂ ਕਿਸੇ ਖੌਫ ਤੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਸਾਡੇ ਕੈਮਰੇ 'ਚ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਇਲਾਕਿਆਂ 'ਚ ਮਾਈਨਿੰਗ ਮਾਫੀਆ ਸਰਗਰਮ ਨਜ਼ਰ ਆਇਆ। ਜੀ ਪੰਜਾਬ ਹਰਿਆਣਾ ਹਿਮਾਚਲ ਦੀ ਗਰਾਊਂਡ ਰਿਪੋਰਟ 'ਚ ਮਾਈਨਿੰਗ ਮਾਫੀਆ ਬੇਨਕਾਬ ਹੁੰਦਾ ਨਜ਼ਰ ਆਇਆ। ਸਾਡੀ ਟੀਮ ਵੱਲੋਂ ਰੋਪੜ, ਸ੍ਰੀ ਅਨੰਦਪੁਰ ਸਾਹਿਬ ਅਤੇ ਬਲਾਚੌਰ ਦੇ ਵੱਖ-ਵੱਖ ਇਲਾਕਿਆਂ 'ਚ ਦੌਰਾ ਕੀਤਾ ਗਿਆ, ਜਿਸ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਹੁੰਦੇ ਨੇ। ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਗੜ੍ਹ ਸ਼ੰਕਰ ਦੀ ਗੱਲ ਕਰਦੇ ਹਾਂ, ਜਿੱਥੇ ਨਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਦੇ ਨਾਲ ਚੱਲ ਰਿਹਾ ਸੀ। ਜੀ ਮੀਡੀਆ ਦੀ ਟੀਮ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਆਪਣੇ ਕੈਮਰੇ 'ਚ ਇਹਨਾਂ ਤਸਵੀਰਾਂ ਨੂੰ ਕੈਦ ਕੀਤਾ। ਦੱਸਣਯੋਗ ਹੈ ਕਿ 9 ਫੁੱਟ ਦੀ ਮਾਈਨਿੰਗ ਦੀ ਇਜਾਜ਼ਤ ਹੈ, ਪਰ ਇੱਥੇ 25 ਤੋਂ 30 ਫੁੱਟ ਤੱਕ ਖੱਡੇ ਕਰਕੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਦਿਨ ਦਿਹਾੜੇ ਵੀ ਚੱਲਦਾ। ਤੁਹਾਨੂੰ ਦੱਸ ਦਈਏ ਇਸ ਵਕਤ ਅਸੀਂ ਗੜ੍ਹ ਸ਼ੰਕਰ 'ਚ ਮੌਜੂਦ ਹਾਂ ਤੇ ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਤੇ ਰੋਪੜ 'ਚ ਮਾਈਨਿੰਗ ਚੱਲ ਰਹੀ ਸੀ, ਉਸੇ ਤਰੀਕੇ ਨਾਲ ਇੱਥੇ ਵੀ ਮਾਈਨਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ, ਜੇ ਮਾਈਨਿੰਗ ਵਿਭਾਗ ਦੀ ਗੱਲ ਕਰੀਏ ਤਾਂ 9 ਫੁੱਟ ਤੱਕ ਦਾ ਖੱਡਾ ਜਿਹੜਾ ਹੈ ਉਹ ਕਿਹਾ ਜਾਂਦਾ ਹੈ, ਪਰ ਜਿਹੜੇ ਪਿੰਡ ਵਾਲੇ ਨੇ ਉਹਨਾਂ ਦੇ ਮੁਤਾਬਿਕ ਇੱਥੇ ਅਲਾਉਡ ਹੀ ਨਹੀਂ ਹੈ ਮਾਈਨਿੰਗ। ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਟਰੱਕ ਜਿਹੜੇ ਨੇ ਟਿੱਪਰ ਉਹ ਭਰੇ ਜਾ ਰਹੇ ਨੇ। ਇਸ ਤੋਂ ਪਹਿਲਾਂ ਵੀ ਇੱਕ ਟਿੱਪਰ ਜਿਹੜਾ ਹੈ ਉਹ ਇੱਥੋਂ ਨਿਕਲਿਆ ਸੀ। ਜ਼ਿਲ੍ਹਾ ਨਵਾਂ ਸ਼ਹਿਰ 'ਚ ਵੀ ਨਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਦੇ ਨਾਲ ਜਾਰੀ ਹੈ। ਆਪਣੀ ਕਰਤੂਤ ਨੂੰ ਲੁਕਾਉਣ ਦੇ ਲਈ ਮਾਫੀਆ ਵੱਲੋਂ ਖੱਡੇ ਭਰਨ ਦੇ ਲਈ ਮਿੱਟੀ ਪਾਈ ਜਾ ਰਹੀ ਸੀ। ਇੱਥੇ ਰਹਿ ਰਹੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਈ ਵਾਰ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਗੁਹਾਰ ਵੀ ਲਗਾਈ ਗਈ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਤੁਸੀਂ ਚਲਾਕੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਇਹਨੂੰ ਭਰ ਦਿੱਤਾ ਜਾਂਦਾ, ਯਾਨੀ ਪਹਿਲਾਂ ਜਿੰਨੇ ਵੀ ਪੱਥਰ ਪੁੱਥਰ ਕੱਢ ਕੇ ਸਾਰਾ ਕੁਝ ਕੱਢ ਕੇ ਉਸ ਤੋਂ ਬਾਅਦ ਸਾਫ਼ ਪਲੇਨ ਜਿਹੜਾ ਹੈ ਉਹ
ਮਿੱਟੀ ਪਾਈ ਜਾ ਰਹੀ ਹੈ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗ ਸਕੇ ਕਿ ਇੱਥੇ ਹੋਇਆ ਕੀ ਸੀ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਿੱਟੀ ਦੇ ਟਿੱਲੇ ਵੀ ਇੱਥੇ ਰੱਖੇ ਹੋਏ ਨੇ ਤਾਂ ਕਿ ਜਦ ਕਿਸੇ ਵੀ ਚੀਜ਼ ਨੂੰ ਕੱਢਦੇ ਨੇ ਉਸ ਤੋਂ ਬਾਅਦ ਮਿੱਟੀ ਪਾ ਸਕਦੇ ਨੇ। ਤੁਸੀਂ ਵਾਕਈ ਤੌਰ ਤੇ ਸਰਕਾਰਾਂ ਕੋਈ ਵੀ ਰਹੀਆਂ ਹੁਣ, ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ ਪਹਿਲਾਂ ਵੀ ਚੱਲਦੀ ਸੀ ਔਰ ਹੁਣ ਵੀ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਅਸੀਂ ਉੱਪਰ ਟਿੱਪਰ ਵੀ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਚੱਲ ਰਹੇ ਨੇ ਤੇ ਹਰ 2 ਮਿੰਟ ਵਾਲੇ ਟਿੱਪਰ ਜਿਹੜੇ ਨੇ ਨਿਕਲਦੇ ਨੇ ਰਾਤ ਨੂੰ। ਬਿਲਕੁਲ ਰਾਤ ਦੇ ਸਮੇਂ ਜਿਹੜਾ ਹੈ ਇੱਥੋਂ ਮਟੀਰੀਅਲ ਜਿਹੜਾ ਲੈ ਕੇ ਕੱਚਾ ਮਾਲ ਲਿਜਾ ਕੇ ਜਿਹੜਾ ਕ੍ਰੈਸ਼ਰਾਂ ਤੇ ਸੁੱਟਿਆ ਜਾਂਦਾ। ਉਧਰ ਨਜਾਇਜ਼ ਮਾਈਨਿੰਗ ਦੇ ਇਸ ਧੰਦੇ ਦੀ ਗਰਾਊਂਡ ਰਿਪੋਰਟ ਵਿਖਾਉਣ ਤੋਂ ਬਾਅਦ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ। ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਐਨਜੀਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਸਰਕਾਰ ਤੇ ਲਗਾਇਆ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ। ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਹਵਾਈ ਸਰਵੇ ਕਰਨ ਤੋਂ ਬਾਅਦ ਵੀ ਮਤਲਬ ਆਇਡੈਂਟੀਫਾਈ ਹੋਣ ਦੇ ਬਾਵਜੂਦ ਵੀ ਨਜਾਇਜ਼ ਮਾਈਨਿੰਗ ਕਰਨ ਵਾਸਤੇ ਕੋਈ ਐਕਸ਼ਨ ਨਹੀਂ ਲੈ ਸਕੇ ਤੇ ਐਨਜੀਟੀ ਦੇ ਕੋਲ ਅਸੀਂ ਦੁਬਾਰਾ ਅਪੀਲ ਪਾਵਾਂਗੇ, ਦੁਬਾਰਾ ਜਾਵਾਂਗੇ। ਸੋ ਇਹ ਅੰਧਾ ਧੁੰਦ ਪੰਜਾਬ ਦੇ ਖਜ਼ਾਨੇ ਨੂੰ ਵੀ ਚੂਨਾ ਲੱਗ ਰਿਹਾ। ਚਾਹੇ ਮਾਈਨਿੰਗ ਮਾਫੀਆ ਹੋਵੇ, ਚਾਹੇ ਸ਼ਰਾਬ ਮਾਫੀਆ ਹੋਵੇ, ਚਾਹੇ ਬਿਜਲੀ ਮਾਫੀਆ ਹੋਵੇ, ਉਹਨਾਂ ਨੂੰ ਆਪਦੀ ਗੋਦੀ ਦੇ ਵਿੱਚ ਬਿਠਾ ਕੇ ਪੰਜਾਬ ਦੇ ਕੁਦਰਤੀ ਕੀਮਤੀ ਸੋਮੇ ਨੂੰ ਲੁਟਾ ਰਹੇ ਨੇ, ਜਿਹੜਾ ਕਿ ਮੈਂ ਸਮਝਦਾ ਕਿ ਰਾਜ ਧਰਮ ਦੇ ਉਲਟ ਹੈ ਔਰ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਲਈ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਨੇ। ਇਹ ਵੀ ਦੱਸ ਦਈਏ ਕਿ ਰੋਪੜ 'ਚ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਐਨਜੀਟੀ ਵੱਲੋਂ ਕਈ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ। ਐਨਜੀਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਜਾਰੀ ਕੀਤੇ ਨੇ। ਹੁਕਮਾਂ ਦੇ ਮੁਤਾਬਕ ਨਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਦੇ ਕੋਲੋਂ 315 ਕਰੋੜ ਰੁਪਏ ਵਸੂਲੇ ਜਾਣ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤੇ ਉਧਰ ਕਾਂਗਰਸ ਪਾਰਟੀ ਦਾ ਸੂਬੇ 'ਚ ਹੋ ਰਹੀ ਨਜਾਇਜ਼ ਮਾਈਨਿੰਗ ਤੇ ਕੀ ਕੁਝ ਕਹਿਣਾ, ਪਹਿਲਾਂ ਉਹ ਵੀ ਸੁਣ ਲੈਂਦੇ ਆ। ਸਰਕਾਰ ਨੇ ਪੁਖਤਾ ਕਦਮ ਚੱਕੇ ਆ, ਪਰਚੇ ਹੋ ਰਹੇ ਆ। ਤੁਸੀਂ ਵੇਖੋ 30 ਕਰੋੜ ਤੋਂ ਚੱਕ ਕੇ 300 ਕਰੋੜ ਤੇ ਅੱਜ ਸਰਕਾਰ ਨੂੰ ਰੈਵਨਿਊ ਆ ਰਿਹਾ ਔਰ ਪਰਚਿਆਂ ਦੀ ਗਿਣਤੀ ਜਿਹੜੀ ਆ ਉਹ ਵੀ ਵਧੀ ਆ, ਰਿਕਵਰੀਆਂ ਵੀ ਵਧੀਆਂ ਵਾ। ਸੋ ਇਹ ਨਹੀਂ ਕਹਿ ਸਕਦੇ ਤੁਸੀਂ ਹਾਂ, ਲੇਕਿਨ ਅਗਰ ਕਈ ਵਾਰ ਕੀ ਹੁੰਦਾ ਵੀ ਜਿਹੜੇ ਲੋਕ ਆ ਉਹ ਆਪਣਾ ਕੀ ਕਹਿੰਦੇ ਕਿਤੇ ਨਾ ਕਿਤੇ ਲੱਗੇ ਰਹਿੰਦੇ ਆ, ਪਰਚੇ ਕਰਾਉਣ ਤੋਂ ਬਾਵਜੂਦ ਵੀ ਲੱਗੇ ਰਹਿੰਦੇ ਆ। ਔਰ ਮੇਰੇ ਹਿਸਾਬ ਨਾਲ ਉਹਦੇ ਤੇ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਆ। ਅਫਸਰਾਂ ਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਜਿਨ੍ਹਾਂ ਦੀ ਦੇਖ ਦੇ ਵਿੱਚ ਹੁੰਦਾ, ਔਰ ਜਿਹੜੇ ਮੈਂ ਖਾਸ ਤੌਰ ਤੇ ਕਹੂੰਗਾ ਕਈ ਵਾਰ ਲੋਕਲ ਲੀਡਰ ਵੀ ਹੁੰਦੇ ਆ, ਉਹਨਾਂ ਦੀ ਵੀ ਜ਼ਿੰਮੇਵਾਰੀ ਜ਼ਰੂਰ ਫਿਕਸ ਹੋਣੀ ਚਾਹੀਦੀ ਹੈ। ਤੇ ਉਧਰ ਸੂਬੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਦਾ ਅਸਰ ਇਸ ਧੰਦੇ ਦੇ ਨਾਲ ਜੁੜੇ ਲੋਕਾਂ ਤੇ ਵੀ ਪੈ ਰਿਹਾ ਹੈ, ਜੋ ਕਿ ਜਾਇਜ਼ ਤਰੀਕੇ ਦੇ ਨਾਲ ਮਾਈਨਿੰਗ ਕਰਦੇ ਨੇ। ਉਹਨਾਂ ਦੇ ਮੁਤਾਬਕ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਨੂੰ ਇਸ ਬਾਬਤ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਉਹਨਾਂ ਦੇ ਕਾਰੋਬਾਰ ਤੇ ਇਸ ਦਾ ਖਾਸਾ ਅਸਰ ਪੈ ਰਿਹਾ ਹੈ। ਸਾਡੇ ਨਾਲ ਅਸ਼ੋਕ ਚਾਂਡਕ ਨੇ ਜਿਹੜੇ ਕਿ ਬਲਾਕ 2 ਦੇ ਇੰਚਾਰਜ ਵੀ ਨੇ ਤੇ ਮਾਲਕ ਵੀ ਨੇ। ਸਰ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਜਾਇਜ਼ ਮਾਈਨਿੰਗ ਦੀ ਤੇ ਮਾਈਨਿੰਗ ਦੀ, ਇੱਕ ਲੇਮੈਨ ਦੀ ਜੇ ਗੱਲ ਕਰੀਏ, ਇੱਕ ਆਮ ਇਨਸਾਨ ਦੀ ਗੱਲ ਕਰੀਏ, ਕਿਸ ਤਰੀਕੇ ਨਾਲ ਪਛਾਣਿਆ ਜਾ ਸਕਦਾ ਹੈ ਕਿ ਇਹ ਜਿਹੜੀ ਹੈ ਮਾਈਨਿੰਗ ਇਹ ਨਜਾਇਜ਼ ਹੋ ਰਹੀ ਹੈ ਜਾਂ ਲੀਗਲ ਮਾਈਨਿੰਗ ਹੈ? ਸਰ, ਲੀਗਲ ਤੇ ਇਲੀਗਲ ਦਾ ਸਿੱਧਾ ਸਿਸਟਮ ਹੈ ਕਿ ਲੀਗਲ ਮਾइनिंग ਜਿਹੜੀ ਹੈ वो सरकार या डिपार्टमेंट उसकी ऑक्शन करती है। लीगल माइनिंग वाला जो है वो वेमेंट ब्रिज की पर्ची प्लस उसका बिल आपको देता है गाड़ी वाले को, जिसको कह सकते हैं कि उसने सेल की पर्ची है। इलीगल के वाले के पास वो नहीं होती है, लेकिन आजकल सिस्टम ऐसा हो गया कि जो पर्ची लीगल वाले ने दी उसको इलीगल वाले किसी न किसी सिस्टम से उसकी फ़ोटोकॉपी कर लेते हैं, उसके प्रिंट और निकाल लेते हैं। वो भी एक बड़ा चेकिंग का विषय है, उससे भी सरकार को करोड़ों रुपए का नुकसान होता है। अब जहाँ तक बात करेंगे, आज मैंने बड़ी खुश हुआ देख के कि चलो किसी ने तो बात उठाई, नवा शहर के में क्रैशर चल रहा है बरसों से, हमने उसको कई बार रुकवाने की भी कोशिश की, लेकिन वो प्रभावशाली लोगों का क्रैशर है और उस क्रैशर वाले के इर्द गिर्द 60 किलोमीटर में ग्रेवल की कोई माइन नहीं है। ब्लॉक जो 2 है उसमें सिर्फ सैंड माइनिंग का कॉन्टेक्ट है, यानी सैंड माइनिंग की उसमें माइनिंग पॉइंट्स है या पंजाबी कह सकते हैं खड्ड है, वहाँ पर ग्रेवल की पूरे 2 नंबर लुधियाना क्लस्टर में कोई भी माइन नहीं है। वो जो माइनिंग की गई है बिल्कुल इलीगल की गई है। ਪਿੰਡ ਵਾਲਿਆਂ ਨਾਲ ਗੱਲ ਕੀਤੀ, ਪਿੰਡ ਵਾਲੇ ਕਹਿੰਦੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਤੁਸੀਂ ਵੀ ਕਹਿ ਰਹੇ ਹੋ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪਰ ਜਿਹੜੇ ਉੱਥੇ ਇੰਚਾਰਜ ਮਿਲੇ ਮਾਲਿਕ ਸੀਗੇ, ਮੈਨੇਜਰ ਸੀਗੇ, ਕੁਝ ਪਤਾ ਨਹੀਂ ਲੱਗ ਸਕਦਾ, ਪਰ ਉਹ ਕਹਿੰਦੇ ਕਿ ਇੱਥੇ ਇਸ ਤੋਂ ਸਾਰੇ ਕਾਗਜ਼ਾਤ ਸਾਡੇ ਪੂਰੇ ਨੇ, ਅਸੀਂ ਸਾਨੂੰ ਤਾਂ ਅਲਾਟ ਹੋਈ ਵੀ ਇਹ ਥਾਂ, ਯਾਨੀ ਝੂਠ ਬੋਲਦੇ ਨੇ। 100% ਝੂਠ ਬੋਲਦੇ ਆ, ਉਹਦਾ ਫੈਸਲਾ ਡਿਪਾਰਟਮੈਂਟ ਕਰੇ, ਉਹ ਪੇਪਰ ਲਿਆਣ ਡਿਪਾਰਟਮੈਂਟ ਦੇ ਸਾਹਮਣੇ। ਤੇ ਨਾਲ ਦੇ ਨਾਲ ਇਹਨੇ ਸਾਫ਼ ਵੀ ਕਰਤਾ ਕਿ ਜਿਸ ਇਲਾਕੇ 'ਚ ਕੱਲ ਜ਼ੀ ਮੀਡੀਆ ਦੀ ਟੀਮ ਗਈ ਸੀਗੀ, ਉਸ ਇਲਾਕੇ 'ਚ ਕਰੀਬ 60 ਕਿਲੋਮੀਟਰ ਦਾ ਜਿਹੜੇ ਰੇਡੀਅਸ ਹੈ ਉੱਥੇ ਮਾਈਨਿੰਗ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ, ਯਾਨੀ ਜਿਹੜੀ ਗੱਲ ਉੱਥੇ ਦੇ ਮੈਨੇਜਰ ਮਾਲਿਕ ਕਰ ਰਹੇ ਸੀ ਉਹ ਕਿਤੇ ਨਾ ਕਿਤੇ ਝੂਠ ਸੀ।
ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਚੰਡੀਗੜ੍ਹ। ਸੋ ਇਸੇ ਨਾਲ ਸੰਬੰਧਿਤ ਸਾਡਾ ਅੱਜ ਦਾ ਸਵਾਲ ਹੈਗਾ ਕਿ ਜੋ ਅਸੀਂ ਦਰਸ਼ਕਾਂ ਤੋਂ ਪੁੱਛਣ ਜਾ ਰਹੇ ਹਾਂ ਕਿ ਜਿਹੜੇ ਸਰਕਾਰ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ ਕਿ ਸਰਕਾਰ ਦੀ ਨੱਕ ਹੇਠਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਦੀ ਖੇਡ ਖੇਡੀ ਜਾ ਰਹੀ ਹੈ। ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ, ਪਰ ਕੀ ਵੱਖ-ਵੱਖ ਇਲਾਕਿਆਂ ਦੇ ਵਿੱਚ ਅਜੇ ਵੀ ਇਹ ਖੇਡ ਜਾਰੀ ਹੈ? ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ZPH ਵਾਈ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਜੇਕਰ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ZPH ਇਨ ਟਾਈਪ ਕਰਕੇ ਸਾਨੂੰ 57575 ਤੇ ਭੇਜ ਸਕਦੇ ਹੋ। ਸੋ ਜਿਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਅੱਜ ਦੀ ਇਸ ਡਿਬੇਟ ਦੇ ਵਿੱਚ ਕੀ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਸੂਬੇ ਅੰਦਰ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਸਾਡਾ ਅੱਜ ਦਾ ਦੂਸਰਾ ਸਵਾਲ ਇਹ ਹੈ ਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ NGT ਦੇ ਹੁਕਮਾਂ ਦੀ ਜਿਹੜੀ ਅਣਦੇਖੀ ਕੀਤੀ ਜਾ ਰਹੀ ਹੈ। ਜੇ NGT ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਦੀ ਅਣਦੇਖੀ ਹੋ ਰਹੀ ਹੈ। ਕੀ ਠੇਕੇਦਾਰਾਂ ਦੇ ਕੋਲੋਂ ਕਰੋੜਾਂ ਦੀ ਵਸੂਲੀ ਦੇ NGT ਦੇ ਹੁਕਮ ਦੇ ਬਾਵਜੂਦ ਜਿਹੜੀ ਹੈ ਵਸੂਲੀ ਕਿਉਂ ਨਹੀਂ ਕੀਤੀ ਜਾ ਰਹੀ? ਇਹ ਵੀ ਮਿਲੀ ਭੁਗਤ ਹੈਗੀ ਹੈ। ਤੇ ਨਾਲ ਹੀ ਸਾਡਾ ਅੱਜ ਦਾ ਚੌਥਾ ਸਵਾਲ ਇਹ ਹੈ ਕਿ ਕਿਸ ਦੀ ਸ਼ਹਿ ਤੇ ਬੇਕ ਆਫ ਮਾਈਨਿੰਗ ਮਾਫੀਆ ਸੂਬੇ ਦੇ ਵਿੱਚ ਸਰਗਰਮ ਹੈ। ਸੋ ਇਸੇ ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਤੇ ਚਰਚਾ ਦੇ ਲਈ ਸਾਡੇ ਕੁਝ ਮਹਿਮਾਨ ਵੀ ਮੇਰੇ ਨਾਲ ਜੁੜੇ ਹੋਏ ਨੇ। ਮੇਰੇ ਨਾਲ ਕਾਂਗਰਸ ਪਾਰਟੀ ਤੋਂ ਫਤਿਹ ਜੰਗ ਸਿੰਘ ਬਾਜਵਾ ਮੇਰੇ ਨਾਲ ਜੁੜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਜੁੜਨਗੇ ਸਾਡੇ ਨਾਲ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਜੈ ਕਿਸ਼ਨ ਸਿੰਘ ਰੋੜੀ ਮੇਰੇ ਨਾਲ ਜੁੜੇ ਹੋਏ ਨੇ ਤੇ ਮਾਈਨਿੰਗ ਕੰਟਰੈਕਟਰ ਜਿਹੜੇ ਹੈਗੇ ਨੇ ਅਸ਼ੋਕ ਚੰਡਾਕ ਜੀ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਮੇਰੇ ਸਹਿਯੋਗੀ ਬਜ਼ਮ ਵਰਮਾ ਉਹ ਵੀ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਇਹ ਪੂਰਾ ਜਿਹੜਾ ਅੱਜ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਜਿਹੜੀ ਅਸੀਂ ਤਸਵੀਰਾਂ ਵਿਖਾਈਆਂ ਨਜਾਇਜ਼ ਮਾਈਨਿੰਗ ਦੀਆਂ ਬਜ਼ਮ ਵਰਮਾ ਨੇ ਹੀ ਇਹ ਸਾਰਾ ਜਿਹੜਾ ਹੈਗਾ ਕਵਰ ਕੀਤਾ। ਤੇ ਸਭ ਤੋਂ ਪਹਿਲਾਂ ਮੈਂ ਫਤਿਹ ਜੰਗ ਜੀ ਤੁਹਾਡੇ ਕੋਲ ਹੀ ਆਵਾਂਗਾ। ਸਰਕਾਰ ਵੱਲੋਂ ਲੱਖਾਂ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਕਾਰਵਾਈ ਕੀਤੀ ਜਾ ਰਹੀ ਹੈ, ਸੂਬੇ 'ਚ ਜਿਹੜੀ ਨਜਾਇਜ਼ ਮਾਈਨਿੰਗ ਹੈ ਉਹ ਨਹੀਂ ਹੋ ਰਹੀ ਹੈ, ਜਿਹੜਾ ਕੋਈ ਕਰਦਾ ਪਿਆ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ, ਖਤਮ ਹੋ ਚੁੱਕੀ ਹੈ। ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲਣ ਦੇ ਲਈ ਮੇਰੇ ਖਿਆਲ ਇਹ ਤਸਵੀਰਾਂ ਕਾਫੀ ਹੈਗੀਆਂ ਨੇ ਜੋ ਅਸੀਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਸਵੇਰ ਤੋਂ ਦਿਖਾ ਰਹੇ ਹਾਂ। ਦੇਖੋ ਸਾਰਿਆਂ ਨੂੰ ਪਹਿਲੇ ਮੈਂ ਜ਼ੀ ਟੀਵੀ ਵਾਲਿਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਜਿਨ੍ਹਾਂ ਕਿ ਬਹੁਤ ਇੱਕ ਅਹਿਮ ਜਿਹੜਾ ਇਸ਼ੂ ਹੈ ਪੰਜਾਬ ਦਾ ਉਸ ਨੂੰ ਨਸ਼ਰ ਕੀਤਾ। ਮੈਂ ਇੱਕ ਗੱਲ ਆਪਣੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹਨਾ ਵੀ ਕਿ ਪਿਛਲੇ 10 ਸਾਲ 2007 ਤੋਂ ਲੈ ਕੇ 2017 ਤੱਕ ਸਰਕਾਰ ਦਾ ਮਾਈਨਿੰਗ ਦਾ ਰੈਵਨਿਊ ਕੱਲਾ 30 ਕਰੋੜ ਤੋਂ 40 ਕਰੋੜ ਹਰ ਸਾਲ ਦਾ ਰੈਵਨਿਊ ਸੀ। ਅੱਜ ਦੀ ਸਰਕਾਰ ਕਾਂਗਰਸ ਦੀ ਸਰਕਾਰ ਵੇਲੇ ਜਿਹੜਾ ਰੈਵਨਿਊ ਹੈ ਇਹ 300 ਕਰੋੜ ਤੋਂ ਲੈ ਕੇ 330 ਕਰੋੜ ਤੱਕ ਅੱਜ ਪੰਜਾਬ ਦੇ ਖਜ਼ਾਨੇ ਦੇ ਵਿੱਚ ਮਾਈਨਿੰਗ ਦਾ ਜਿਹੜਾ ਪੈਸਾ ਜਾ ਰਿਹਾ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਇੱਥੇ ਹੀ ਹੁੰਦਾ ਹੈ। ਔਰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹਨਾ ਵੀ ਜਿਹੜੇ ਵੀ ਪੰਜਾਬ ਦੇ ਵਿੱਚ 7 ਕਲਸਟਰ ਨੇ, ਇੱਕ ਕਲਸਟਰ ਜਿਹੜਾ ਹੈ ਇਹ 50 ਕਰੋੜ ਤੋਂ ਲੈ ਕੇ 60 ਕਰੋੜ ਦਾ ਇੱਕ ਕਲਸਟਰ ਹੈ। ਔਰ ਜਿੰਨੇ ਵੀ ਕੰਟਰੈਕਟਰਸ ਪੰਜਾਬ ਦੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਲੈ ਕੇ ਆਂਦੇ ਇਹ ਸਾਰੇ ਬਾਹਰਲੇ ਸੂਬਿਆਂ ਤੋਂ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਅਕਾਲੀ ਸਰਕਾਰ ਦੇ ਵੇਲੇ ਅਸਲ ਮਾਫੀਆ ਜਿਹੜਾ ਮਾਈਨਿੰਗ ਮਾਫੀਆ ਤੁਰਿਆ ਸੀ ਉਸ ਨੂੰ ਬ੍ਰੇਕ ਕਰਨ ਦਾ ਇੱਕੋ ਹੀ ਤਰੀਕਾ ਸੀ ਵੀ ਉਹਨਾਂ ਨੇ ਪੰਜਾਬ ਇਨਵੈਸਟ ਸਕੀਮ ਦੇ ਅੰਡਰ ਇਹਨਾਂ ਕੰਟਰੈਕਟਰਸ ਨੂੰ ਇਨਵਾਈਟ ਕੀਤਾ, ਆਨਲਾਈਨ ਬਿਡਿੰਗ ਹੋਈ ਔਰ ਉਸ ਬਿਡਿੰਗ ਦੇ ਵਿੱਚ ਸਰਕਾਰ ਨੂੰ 300 ਕਰੋੜ ਰੁਪਏ ਤੋਂ ਲੈ ਕੇ 330 ਕਰੋੜ ਰੁਪਏ ਤੱਕ ਹਰ ਸਾਲ ਮਾਲੀਆ ਪੰਜਾਬ ਦੇ ਖਜ਼ਾਨੇ 'ਚ ਜਾਂਦਾ ਹੈ। 5% ਇਸ ਦੇ ਉੱਤੇ GST ਕੱਟਿਆ ਜਾਂਦਾ ਹੈ ਔਰ 60 ਰੁਪਏ ਮਾਲੀਆ ਜਿਹੜੀ ਜਿਸ ਮਾਲਕ ਦੀ ਜ਼ਮੀਨ ਹੈ ਉਸ ਮਾਲਕ ਦੇ ਖਾਤੇ ਵਿੱਚ ਜਾਂਦਾ ਹੈ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿਹੜੇ ਦੇ ਪੰਜਾਬ ਦੇ ਖਜ਼ਾਨੇ ਦੇ ਵਿੱਚ 300 ਕਰੋੜ ਦਿੰਦੇ ਉਹ ਚੰਗੇ ਕਿ ਪੰਜਾਬ ਦੇ ਖਜ਼ਾਨੇ ਵਿੱਚ ਜਿਨ੍ਹਾਂ ਨੇ 250 ਕਰੋੜ ਤੋਂ ਲੈ ਕੇ 300 ਕਰੋੜ ਤੱਕ ਹਰ ਸਾਲ ਦਾ ਚੂਨਾ ਲਾਇਆ
ਔਰ ਇਹ ਪ੍ਰਾਈਵੇਟ ਪਲੇਅਰਸ ਦੇ ਖਾਤਿਆਂ 'ਚ ਸਰਕਾਰ ਦੇ ਜਿਹੜੇ ਉਹ ਮਾਫੀਆ ਦੇ ਗਰੁੱਪ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਗਏ। ਚਾਹੇ ਇਹਦੇ ਵਿੱਚ ਵੱਡੇ ਵੱਡੇ ਨਾਂ ਨੇ, ਕੋਈ ਸ਼ੱਕਰਕੰਦੀ ਬਰਕੰਡੀ ਕੀ ਹੈ, ਇੱਕ ਨੋਨੀ ਮਾਨ ਹੋ ਰਹੀ ਹੈ, ਰਮਾਨਾ ਹੋ ਰਹੀ ਹੈ, ਇੱਕ ਬਹੁਤ ਵੱਡਾ ਇੱਕ ਗਰੁੱਪ ਸੀ ਅਕਾਲੀਜ਼ ਦਾ ਜਿਨ੍ਹਾਂ ਨੇ ਮਾਫੀਆ ਜਿਹੜਾ ਮਾਈਨਿੰਗ ਮਾਫੀਆ ਉਸ ਨੂੰ ਪੰਜਾਬ ਵਿੱਚ ਐਕਟਿਵ ਕੀਤਾ ਸੀ। ਕਾਂਗਰਸ ਦੀ ਸਰਕਾਰ ਨੇ ਇਹ ਸਾਰਾ ਜਿਹੜਾ ਮਾਫੀਆ ਉਹਨੂੰ ਭੰਨਿਆ। ਬਾਜਵਾ ਸਾਹਿਬ ਇਨ ਸ਼ਾਰਟ, ਕਿਉਂਕਿ ਮੈਂ ਸਾਰਿਆਂ ਨੂੰ ਸਮਾਂ ਦੇਣਾ ਹੈਗਾ ਤੇ ਮੈਂ ਮੇਰਾ ਬਸ ਇਹੀ ਸਵਾਲ ਹੈਗਾ ਕਿ ਕਰੋੜਾਂ ਰੁਪਏ ਦਾ ਚੂਨਾ ਜਿਹੜਾ ਹੈਗਾ ਸਰਕਾਰ ਨੂੰ ਲਗਾਇਆ ਜਾ ਰਿਹਾ ਹੈ, 340 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਵਿੱਚ ਜਾ ਰਿਹਾ। ਬਿਲਕੁਲ, ਔਰ ਜਿਹੜਾ ਚੂਨਾ ਲੱਗ ਰਿਹਾ ਹੈ ਉਹ ਸਰਕਾਰ ਦੇ ਖਜ਼ਾਨੇ ਨੂੰ ਲੱਗ ਰਿਹਾ ਹੈ, ਪਰ ਸਰਕਾਰ ਦੇ ਦਾਅਵਿਆਂ ਦੀ ਪੋਲ ਨਹੀਂ ਖੁੱਲ ਰਹੀ ਇਸ ਨਾਲ ਕਿ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਨਹੀਂ, ਕਾਰਵਾਈ ਕਿਉਂ ਨਹੀਂ ਹੁੰਦੀ? ਦੇਖੋ ਮੇਰੀ ਇੱਕ ਗੱਲ ਸਮਝ ਲਓ, ਚਾਹੇ ਉਹ ਮਾਈਨਿੰਗ ਮਾਫੀਆ ਚਾਹੇ ਉਹ ਲਿਕਰ ਮਾਫੀਆ, ਇਹ ਜਿਹੜੇ ਬੰਦੇ ਨੇ ਇਹ ਛੋਟੇ ਲੈਵਲ ਦੇ ਉੱਤੇ ਜਿਹੜੇ ਮਾਈਨਿੰਗ ਮਾਫੀਆ ਤੇ ਰਾਤ ਨੂੰ ਕੋਈ 20 ਗੱਡੀਆਂ ਭਰ ਲੈਂਦਾ, ਕੋਈ 30 ਗੱਡੀਆਂ ਭਰ ਲੈਂਦਾ, ਇਹ ਹਮੇਸ਼ਾ ਪੋਲੀਟੀਕਲ ਲੋ ਲੈਵਲ ਪੋਲੀਟੀਕਲ ਲੀਡਰਸ, ਪੁਲਿਸ ਔਰ ਮਾਈਨਿੰਗ ਡਿਪਾਰਟਮੈਂਟ ਦਾ ਇੱਕ ਮਾਫੀਆ ਹੈ ਜਿਹੜਾ ਇਲੀਗਲ ਮਾਈਨਿੰਗ ਕਰਾਂਦਾ ਹੈ। ਯਾਨੀ ਕਿ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਇਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਇਹ ਨਜਾਇਜ਼ ਮਾਈਨਿੰਗ ਨਹੀਂ ਹੋ ਸਕਦੀ। ਉੱਤੇ ਲਾਇਆ ਜਾਂਦਾ ਹੈ। ਹਾਂ, ਮਤਲਬ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਤੋਂ ਬਗੈਰ ਇਹ ਨਜਾਇਜ਼ ਮਾਈਨਿੰਗ ਨਹੀਂ ਹੋ ਸਕਦੀ। ਤੇ ਪਰ ਜੇਕਰ ਸਾਡੇ ਸਹਿਯੋਗੀ ਜਿਵੇਂ ਬਜ਼ਮ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਇਹ ਤਸਵੀਰਾਂ ਜਿਹੜੀਆਂ ਮਿਲ ਸਕਦੀਆਂ ਨੇ, ਉਹਨਾਂ ਨੂੰ ਇਹ ਜਾਣਕਾਰੀ ਮਿਲ ਸਕਦੀ ਹੈ, ਤਾਂ ਸਰਕਾਰ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਕਿੱਥੇ ਕਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜਿੱਥੇ ਸਰਕਾਰ ਨੂੰ ਜਿਸ ਵਕਤ ਵੀ ਕੋਈ ਵੀ ਬੰਦਾ ਪਿੰਡ ਦਾ ਹੋਏ ਜਾਂ ਕੋਈ ਮੀਡੀਆ ਦਾ ਹੋਏ ਜਾਂ ਸੋਸ਼ਲ ਐਕਟਿਵਿਸਟ ਹੋਏ, ਜਿਸ ਵਕਤ ਸਰਕਾਰ ਨੂੰ ਜਾਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਹੁੰਦੀ ਹੈ, ਇਮੀਡੀਏਟਲੀ ਐਕਸ਼ਨ ਹੁੰਦਾ ਹੈ, ਵੱਡੇ ਫਾਈਨਸ ਹੁੰਦੇ ਨੇ। ਚਲੋ ਅਸੀਂ ਦਿਖਾਤੀਆਂ ਤਸਵੀਰਾਂ, ਹੁਣ ਉਮੀਦ ਕਰਦੇ ਹਾਂ ਕਿ ਸਰਕਾਰ ਜਿੱਥੇ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉੱਥੇ ਕਾਰਵਾਈ ਜ਼ਰੂਰ ਕਰੇਗੀ। ਸਰਕਾਰ ਤੇ ਇਸ ਕਿਸਮ ਦਾ ਦੋਸ਼ ਲਾਣਾ, ਸਰਕਾਰ ਨੇ ਤੇ ਮਾਫੀਆ ਨੂੰ ਤੋੜਿਆ। ਪੰਜਾਬ ਦੇ ਵਿੱਚ ਸਰਕਾਰ ਨੇ ਮਾਫੀਆ ਦਾ ਲੱਕ ਤੋੜਿਆ ਹੈ, ਇਹ ਫੈਕਟ ਹੈ। ਤੁਸੀਂ ਇੱਕ ਗੱਲ ਮੈਂ ਤੁਹਾਡੇ ਟੀਵੀ ਤੇ ਹੀ ਪੁੱਛ ਰਿਹਾ ਵੀ ਇੱਕ ਸਾਲ ਦੇ ਵਿੱਚ 30 ਕਰੋੜ ਤੇ ਕਿਤੇ ਇੱਕ ਸਾਲ ਦੇ ਵਿੱਚ 300 ਕਰੋੜ 250 ਕਰੋੜ ਦਾ 270 ਕਰੋੜ ਦਾ ਚੂਨਾ ਜੇ ਪ੍ਰਾਈਵੇਟ ਇੱਕ ਇਹਨਾਂ ਦੇ ਖਾਤਿਆਂ 'ਚ ਇਹਨਾਂ ਦੇ ਆਕਿਆਂ ਦੇ ਖਾਤਿਆਂ ਵਿੱਚ ਜਾਂਦਾ ਸੀ ਤੇ ਤੁਸੀਂ ਵੇਖ ਲਓ 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਇਹਨਾਂ 250-300 ਤੇ 25000 ਰੋੜੀ ਸਾਹਿਬ ਮੈਂ ਇਸ ਤੋਂ ਬਾਅਦ ਤੁਹਾਡੇ ਕੋਲ ਆਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਅਸ਼ੋਕ ਜੀ ਕੋਲ ਜਾਣਾ ਚਾਹਾਂਗਾ। ਜਿਹੜੇ ਮਾਈਨਿੰਗ ਠੇਕੇਦਾਰ ਹੈਗੇ ਨੇ ਉਹਨਾਂ ਤੋਂ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਚੂਨਾ ਜਿਹੜਾ ਹੈਗਾ ਨਜਾਇਜ਼ ਜਿਹੜੀ ਮਾਈਨਿੰਗ ਦੇ ਵਿੱਚ ਜਿਹੜਾ ਮਾਫੀਆ ਲੱਗਿਆ ਹੋਇਆ ਹੈ ਉਹ ਕਿਸ ਤਰੀਕੇ ਦੇ ਨਾਲ ਆ ਰਿਹਾ। ਅਸ਼ੋਕ ਜੀ, ਤੁਸੀਂ ਕਈ ਸਵਾਲ ਚੁੱਕੇ ਨੇ ਕਿ ਜਿਹੜੇ ਤੁਹਾਡੇ ਬਿਜ਼ਨਸ ਨੂੰ ਵੀ ਇਸ ਤੇ ਅਸਰ ਪੈ ਰਿਹਾ, ਸਰਕਾਰ ਨੂੰ ਵੀ ਜਿਹੜਾ ਹੈਗਾ ਇਸ ਦਾ ਜਿਹੜਾ ਨੁਕਸਾਨ ਹੈਗਾ ਉਹ ਝੱਲਣਾ ਪੈ ਰਿਹਾ। ਤੁਸੀਂ ਵਿਸਥਾਰ ਦੇ ਨਾਲ ਸਾਨੂੰ ਸਮਝਾਓ ਡਿਫਰੈਂਸ ਬਿਟਵੀਨ ਜਿਹੜੇ ਇਹ ਨਜਾਇਜ਼ ਤੇ ਜਾਇਜ਼ ਜਿਹੜਾ ਬਿਜ਼ਨਸ ਹੈਗਾ ਇਹ ਕਿੰਨਾ ਕੁ ਡਿਫਰੈਂਸ ਹੈਗਾ। ਹਾਲਾਂਕਿ ਕਰੋੜਾਂ ਦਾ ਡਿਫਰੈਂਸ ਹੋਏਗਾ, ਬਟ ਤੁਸੀਂ ਸਮਝਾਓ ਸਾਨੂੰ। ਸਭ ਤੋਂ ਪਹਿਲਾਂ ਤਾਂ ਚੈਨਲ ਦਾ ਤੁਹਾਡਾ ਧੰਨਵਾਦ ਕਿ ਕਿਸੇ ਵਪਾਰੀ ਦੀ ਗੱਲ ਸੁਣਨ ਵਾਸਤੇ बुलाया गया। साडा सिर्फ इतना कहना है कि जो भी सरकारें हैं लगभग सभी स्टेट के अंदर सैंड माइनिंग होती है, स्टोन माइनिंग होती है, अदर माइनिंग की बात अभी अपने नहीं करेंगे, सभी स्टेटों में होती है। उसका सिस्टम यह है, उस पर 3 चीज़ लागू है। मिनिस्ट्री ऑफ एनवायरनमेंट एंड फॉरेस्ट जिसकी हमारी स्टेट में सिया होती है या वहाँ से आपको ईसी लानी पड़ती है, फिर स्टेट का पोल्यूशन विभाग होता है उसकी परमिशन लानी पड़ती है और सरकारें उसकी ऑक्शन करती हैं। उस ऑक्शन होने के बाद इन परमिशन आने के बाद जो काम शुरू होता है और उसकी जो डिपार्टमेंट पर्ची देता है वो पर्ची अप्रूव भी माइनिंग विभाग करता है। वो पर्ची जिस गाड़ी के पास है पेमेंट ब्रिज की बिल है वो माल लीगल है, बाकी माल इलीगल है। लेकिन मैं यहाँ कहना चाहूँगा कि जो भी कोई ठेकेदार आएगा, जो भी कोई व्यापारी आएगा, वो अपने क्षेत्र में कोशिश करेगा कि कम से कम इलीगल माइनिंग हो। इसके लिए वो प्रशासन की मदद लेता है, सिंचाई विभाग की मदद लेता है, एमओ की मदद लेता है, खुद भी नाकेबंदी करवाता है।
लोकल थाने वालों से मिलकर, ताकि बंद हो। लेकिन फिर भी क्या होता है कि रेत जो है दरिया के किनारे जगह जगह पड़ा हुआ है। कुछ जगह हिस्ट्री में पुरानी जब दरिया चलते थे उनके ऊपर जहाँ आज खेत हैं वहाँ जमीनों के नीचे रेत पड़ा हुआ है। तो गांव के लोग कुछ ऐसे होते हैं जो परमानेंट पुराने जिनके कार्टेल हैं उनके पास खुद की मशीनें हैं, खुद के हाईवा हैं, वो रात के अंधेरे में हाईवा भी उनका ऐसा सिस्टम होता है कि उन्होंने प्लेटफार्म ट्रक पर ही बनाया होता है, उसके ऊपर मशीन रखी होती है। रात के अंधेरे में गए 2 घंटे 3 घंटे 4 घंटे, क्योंकि पोकलेन मशीन जो है 10 मिनट के अंदर एक गाड़ी भर देती है। तो वो खुद के हाईवा या अपने जानकारों के हाईवा ट्रैक्टर बुलाकर उसको रात को भर देते हैं और भर के माल बाजार में चला जाता है। ਬਿਲਕੁਲ। ਔਰ ਅਸ਼ੋਕ ਜੀ ਜਿਵੇਂ ਬਾਜਵਾ ਸਾਹਿਬ ਵੀ ਹੁਣੇ ਕਹਿ ਰਹੇ ਸੀਗੇ ਕਿ ਜਿਹੜੇ ਇਹ ਪੂਰਾ ਸਿਸਟਮ ਜਿਹੜਾ ਹੈਗਾ ਉਹ ਮਿਲਿਆ ਹੋਇਆ, ਭਾਵੇਂ ਉਹ ਪੁਲਿਸ ਹੋਣ ਜਾਂ ਇਲਾਕੇ ਦੇ ਵਿੱਚ ਕੋਈ ਐਮਐਲਏ ਹੋਵੇ ਜਾਂ ਕਿਸੇ ਤਰੀਕੇ ਦੀ ਜਿਹੜੀ ਪੋਲੀਟੀਕਲ ਇਨਵੋਲਵਮੈਂਟ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋ? सर मैं एमएलए की बात नहीं कहूंगा और शायद बाजवा जी ने भी एमएलए की बात नहीं की है। जो जनप्रतिनिधि है, कहने भाव कि इलाके की जिहड़ी नुमाइंदगी कर रहा है एमएलएस ਦੀ ਗੱਲ ਇਸ ਕਰਕੇ ਇਲਾਕੇ ਦੀ ਨੁਮਾਇੰਦਗੀ ਜਿਹੜਾ ਕਰ ਰਿਹਾ ਹੈਗਾ, ਕੁਝ ਨਾ ਕੁਝ ਕहीं ਨਾ ਕहीं ਬਿਲਕੁਲ ਨੁਮਾਇੰਦਗੀ ਦੀ ਦੇਖੋ ਭਾਈਜਾਨ ਇੱਥੇ गलत ना कहो, कहीं ना कहीं जो बाजवा साहब ने कहा है ठीक कहा है। मैं कहा ਜਿਹੜੇ ਪੁਰਾਣੇ ਲੋਕ ਜਿਹੜੇ ਅੱਜ ਉਦੋਂ ਵੀ ਮਾਈਨਿੰਗ ਮਾਫੀਆ ਨੇ ਉਹ ਟੇਕੇ ਨਹੀਂ ਪੈਂਦੇ। ਉਹ ਪੁਲਿਸ ਦੇ ਨਾਲ ਮਾਈਨਿੰਗ ਡਿਪਾਰਟਮੈਂਟ ਨਾਲ ਆਪਣਾ ਨੈਕਸਸ ਬਣਾ ਕੇ, ਚਾਹੇ ਉਹ ਅਕਾਲੀ ਹੋਣ, ਚਾਹੇ ਉਹ ਭਾਜਪਾ ਦੇ ਹੋਣ, ਚਾਹੇ ਕੋਈ ਹੋਵੇ, ਸਿਰਫ ਕਾਂਗਰਸ ਦੀ ਗੱਲ ਨਹੀਂ ਕਰ ਰਹੇ ਮੈਂ, ਕੋਈ ਹੋਵੇ ਜਾ ਕੇ ਰਾਤ ਨੂੰ ਜਿਹੜੇ ਮਾਈਨਿੰਗ ਦੇ ਮਾਫੀਆ ਇਹ ਉਹ ਕੰਮ ਕਰਦੇ ਨੇ। ਰਾਈਟ ਠੀਕ ਹੈ। ਰੋੜੀ ਸਾਹਿਬ ਕਰੋੜਾਂ ਰੁਪਏ ਦਾ ਚੂਨਾ ਜਿਹੜਾ ਹੈਗਾ ਉਹ ਸਰਕਾਰ ਨੂੰ ਵੀ ਲੱਗ ਰਿਹਾ ਹੈ ਤੇ ਜਿਹੜੇ ਅਸ਼ੋਕ ਜੀ ਵਰਗੇ ਜਿਹੜੇ ਬਿਜ਼ਨਸਮੈਨ ਹੈਗੇ ਨੇ ਉਹਨਾਂ ਨੂੰ ਵੀ ਲਗਾਇਆ ਜਾ ਰਿਹਾ ਹੈ। ਤੁਸੀਂ ਕੀ ਸੋਚਦੇ ਹੋ, ਬਿਨਾਂ ਸਰਕਾਰ ਜਾਂ ਬਿਨਾਂ ਪ੍ਰਸ਼ਾਸਨ ਜਾਂ ਬਿਨਾਂ ਪੁਲਿਸ ਦੀ ਜਿਹੜੀ ਇਹ ਮਿਲੀ ਭੁਗਤ ਤੋਂ ਬਗੈਰ ਇਹ ਸਭ ਕੁਝ ਪੋਸੀਬਲ ਹੈਗਾ? ਜੇ ਤਸਵੀਰਾਂ ਸਾਨੂੰ ਨਜ਼ਰ ਆ ਸਕਦੀਆਂ ਨੇ, ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਕੈਮਰੇ ਤੇ ਕੈਦ ਹੋ ਸਕਦੀਆਂ ਨੇ, ਤਾਂ ਕੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ? ਮਨਜਿੰਦਰ ਜੀ, ਮੈਂ ਜਿਹੜੀ ਗੱਲ ਹੈ ਉਹ ਬੜੇ ਆਰਾਮ ਨਾਲ ਸੁਣੀ ਔਰ ਮੈਂ ਆਪ ਜੀ ਨੂੰ ਬੇਨਤੀ ਵੀ ਕਰਾਂਗਾ ਕਿ ਜਿਹੜੇ 2 ਮਿੰਟ ਮੈਨੂੰ ਜ਼ਰੂਰ ਦਿੱਤੇ ਜਾਣ, ਮੈਨੂੰ ਵਿੱਚ ਟੋਕਿਆ ਨਾ ਜਾਵੇ। ਰਾਈਟ। ਤੁਸੀਂ ਦੇਖੋ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਵੇਂ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਉਸ ਸਮੇਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀ। ਕਾਂਗਰਸ ਨੇ ਬੜਾ ਰੌਲਾ ਪਾਇਆ ਕਿ ਪੰਜਾਬ ਦਾ ਰੇਤਾ ਖਾ ਗਏ, ਪੰਜਾਬ ਦੀ ਬਜਰੀ ਖਾ ਗਏ, ਪੰਜਾਬ ਦੀਆਂ ਖੱਡਾਂ ਖਾ ਗਏ, ਹਾਇਓ ਖਾ ਗਏ, ਔਰ ਖਾ ਵੀ ਹੋਈਆਂ ਨੇ। ਇਹ ਸਾਰੇ ਪੰਜਾਬ ਨੂੰ ਲੋਕਾਂ ਨੂੰ ਪਤਾ ਹੈ। ਪੰਜਾਬ ਦੇ ਲੋਕ ਅੱਜ ਵੀ ਸਵਾਲ ਕਰਦੇ ਨੇ ਕਿ ਜਿਹੜੇ ਇਹ ਵੱਡੇ ਲੀਡਰ ਨੇ, ਭਾਵੇਂ ਬਾਦਲ ਸਾਹਿਬ ਦੀ ਪਾਰਟੀ ਦੇ ਹੋਣ ਭਾਵੇਂ ਕਾਂਗਰਸ ਪਾਰਟੀ ਦੇ ਹੋਣ, ਇਹਨਾਂ ਦਾ ਹਾਜ਼ਮਾ ਕਿੱਦਾਂ ਦਾ ਹੈ? ਇਹ ਖਾਂਦੇ ਕੀ ਨੇ ਕਿ ਇਹਨਾਂ ਨੂੰ ਰੇਤਾ ਵੀ ਹਜਮ, ਇਹਨਾਂ ਨੂੰ ਖੱਡਾਂ ਵੀ ਹਜਮ, ਇਹਨਾਂ ਨੂੰ ਪੱਥਰ ਵੀ ਹਜਮ। ਹੁਣ ਗੱਲ ਕਰਦੇ ਆ, ਹੁਣ ਜਿਹੜੀ ਮੌਕੇ ਦੀ ਸਰਕਾਰ ਹੈ, ਮੌਕੇ ਦੀ ਸਰਕਾਰ ਉਸ ਸਮੇਂ ਵਿਰੋਧੀ ਧਿਰ ਵਿੱਚ ਸੀਗੀ। ਇਹਨਾਂ ਨੇ ਬਹੁਤ ਰੌਲਾ ਪਾਇਆ ਕਾਂਗਰਸ ਪਾਰਟੀ ਨੇ ਉਸ ਸਮੇਂ ਕਿ ਜਿਹੜੇ ਆ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਆ, ਔਰ ਕੀਤਾ ਕੁਝ ਨਹੀਂ ਸਿਵਾਏ ਭਾਸ਼ਣਾਂ ਦੇ। ਭਾਸ਼ਣਾਂ ਦੇ ਵਿੱਚ ਵੀ ਬੜੀਆਂ ਉੱਚੀਆਂ ਹਿੱਕਾਂ ਲਾਈਆਂ ਕਿ ਲੱਖ ਰੁਪਇਆ ਮਹੀਨੇ ਦਾ ਕਰੈਸ਼ਰ ਤੋਂ ਜਾਂਦਾ ਹੈ, 30 ਕਰੋੜ ਤੋਂ 300 ਕਰੋੜ ਦਾ ਤੁਹਾਡਾ ਮਾਲੀਆ ਵੱਧ ਗਿਆ। ਇਹਨਾਂ ਲੋਕਾਂ ਦੇ ਹਾਜ਼ਮੇ ਕੀ ਹੈ? ਰੋੜੀ ਜੀ ਗਲਤ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਟੋਕਿਆ ਨਹੀਂ ਜੀ, ਮੈਂ ਤੁਹਾਨੂੰ ਪੁੱਛਣ ਲੱਗਾ। ਬਾਜਵਾ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ, ਮੈਂ ਤੁਹਾਨੂੰ ਪੁੱਛਣ ਲੱਗਾ ਗੱਲ। ਦੇਖੋ, ਜਦੋਂ ਸਾਡੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਸਾਨੂੰ ਅੱਜ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਵਿੱਚ ਭੇਜਿਆ ਹੈ। ਉਹ ਭਾਵੇਂ ਪਿੰਡ ਲੈਵਲ ਤੇ ਗੱਲ ਹੋਵੇ, ਪਹਿਲਾਂ ਅਸੀਂ ਉੱਥੇ ਧਰਨੇ ਲਾਏ, ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਧਰਨੇ ਲਾਏ, ਫਿਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਦਾ ਪੂਰੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਜਦੋਂ ਫਿਰ ਵੀ ਗੱਲ ਨਹੀਂ ਬਣੀ ਤਾਂ ਸਾਡੀ ਪਾਰਟੀ ਦੇ ਆਗੂ ਦਿਨੇਸ਼ ਚੱਡਾ ਜੀ ਜਿਹੜੇ ਨੇ, ਉਹ ਅਸੀਂ ਐਨਜੀਟੀ ਦੇ ਕੋਲ ਗਏ, ਅਸੀਂ ਪਟੀਸ਼ਨ ਦਾਇਰ ਕੀਤੀ ਕਿ ਉਹਨਾਂ ਏਰੀਆ ਦੀ ਜਿਹੜੀ ਮਾਰਕਿੰਗ ਕੀਤੀ ਜਾਵੇ ਜਿੱਥੋਂ ਨਜਾਇਜ਼ ਮਾਈਨਿੰਗ ਹੋਈ ਹੈ। ਸਾਡੀ ਆਮ ਆਦਮੀ ਪਾਰਟੀ ਦਾ ਸਾਡੇ ਉਹਦੇ ਕਾਰਨ ਐਨਜੀਟੀ ਨੇ ਹੁਕਮ ਦਿੱਤੇ ਕਿ ਉਹਨਾਂ ਜਿਹੜੀ ਜਗ੍ਹਾ ਨੇ ਜਿੱਥੇ ਮਾਈਨਿੰਗ ਨਜਾਇਜ਼ ਹੋਈ ਹੈ ਉਹਦੀ ਨਿਸ਼ਾਨਦੇਹੀ ਕੀਤੀ ਜਾਵੇ। ਨਿਸ਼ਾਨਦੇਹੀ ਹੋ ਗਈ। ਉਹ ਤੋਂ ਬਾਅਦ ਅਸੀਂ ਫਿਰ ਐਨਜੀਟੀ ਕੋਲ ਗਏ ਕਿ ਜੇਕਰ ਇਹਨਾਂ ਨੂੰ ਨਿਸ਼ਾਨਦੇਹੀ ਹੋਈ ਹੈ ਪਰ ਉੱਥੇ ਜਿਹੜੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋਈ ਹੈ, ਜਿਹੜੀ ਸਰਕਾਰ ਦੀ ਮਿਲੀ ਭੁਗਤ ਨਾਲ ਹੋਈ ਹੈ, ਉਹਦਾ ਜਿਹੜਾ ਹਰਜਾਨਾ ਆ ਉਹ ਭਰਿਆ ਜਾਵੇ। ਅੱਜ ਫਿਰ ਕੋਰਟ ਦੀ ਕੰਡੈਮ ਹੋਈ, ਫਿਰ ਅਸੀਂ ਐਨਜੀਟੀ ਕੋਲ ਗਏ।
635 ਕਰੋੜ ਰੁਪਏ ਦਾ ਉਹਨਾਂ ਨੇ ਇੱਕ ਕਮਾਂਡ ਕੀਤੀ ਕਿ ਸਰਕਾਰ ਉਹਨਾਂ ਕੋਲੋਂ ਠੇਕੇਦਾਰਾਂ ਕੋਲੋਂ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਨਜਾਇਜ਼ ਮਾਈਨਿੰਗ ਕਰਕੇ ਉੱਥੋਂ ਦੇ ਪਾਣੀ ਸੁਕਾਤੇ, ਉੱਥੇ ਹੜ੍ਹਾਂ ਵਰਗੀ ਸਥਿਤੀ ਲਿਆਉਣ ਨੂੰ ਲੋਕਾਂ ਨੂੰ ਮਜਬੂਰ ਕਰ ਦਿੱਤਾ। ਰਾਈਟ ਰੋੜੀ ਸਾਹਿਬ, ਮੈਂ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਹੈਗਾ ਮੈਂ ਬਾਜਵਾ ਸਾਹਿਬ ਕੋਲ ਜ਼ਰੂਰ ਲਵਾਂਗਾ। ਇੱਕ ਮਿੰਟ ਬਾਜਵਾ ਸਾਹਿਬ, ਪਰ ਹੱਲੇ ਨਹੀਂ, ਮੈਂ ਬ੍ਰੇਕ ਦੇ ਲਈ ਰੁਕਣਾ ਹੈਗਾ, ਬ੍ਰੇਕ ਦੇ ਲਈ ਰੁਕਣਾ ਹੈਗਾ। ਬ੍ਰੇਕ ਤੋਂ ਬਾਅਦ ਮੈਂ ਬਾਜਵਾ ਸਾਹਿਬ ਤੁਹਾਡੇ ਕੋਲ ਜਵਾਬ ਲਵਾਂਗਾ ਜੋ ਇਹ ਰੋੜੀ ਸਾਹਿਬ ਨੇ ਜਿਹੜੇ ਗੱਲਾਂ ਕਹੀਆਂ। ਬਜ਼ਮ, ਤੁਸੀਂ ਵੀ ਤਿਆਰ ਰਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੂਰੀ ਇਹ ਰਿਪੋਰਟਿੰਗ ਤੁਸੀਂ ਕੀਤੀ ਔਰ ਕਿਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਜਿਹੜੀਆਂ ਇਹ ਕੈਦ ਕੀਤੀਆਂ, ਮੈਂ ਤੁਹਾਡੇ ਕੋਲ ਵੀ ਆਵਾਂਗਾ। ਫਿਲਹਾਲ ਰੁਕ ਛੋਟੇ ਜਿਹੇ ਬ੍ਰੇਕ ਦੇ ਲਈ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਚਰਚਾ ਕਰ ਰਹੇ ਹਾਂ ਜਿਹੜੀ ਇਹ ਨਜਾਇਜ਼ ਮਾਈਨਿੰਗ ਸੂਬੇ ਦੇ ਵਿੱਚ ਹੋ ਰਹੀ ਹੈ ਤੇ ਦਰਸ਼ਕਾਂ ਤੋਂ ਸਾਡਾ ਅੱਜ ਦਾ ਸਵਾਲ ਵੀ ਇਸੇ ਨਾਲ ਸੰਬੰਧਿਤ ਹੈਗਾ ਕਿ ਸਰਕਾਰ ਦੀ ਨੱਕ ਹੇਠਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਦੀ ਖੇਡ ਖੇਡੀ ਜਾ ਰਹੀ ਹੈ। ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪਰ ਬਾਵਜੂਦ ਇਸ ਦੇ ਨਜਾਇਜ਼ ਮਾਈਨਿੰਗ ਦੀ ਖੇਡ ਖੇਡੀ ਜਾ ਰਹੀ ਹੈ। ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ZPHHY ਟਾਈਪ ਕਰਕੇ ਭੇਜ ਸਕਦੇ ਹੋ। ਜੇਕਰ ਤੁਹਾਡਾ ਜਵਾਬ ਨਾ ਦੇ ਵਿੱਚ ਹੈ ਤਾਂ ZPHHN ਟਾਈਪ ਕਰਕੇ ਸਾਨੂੰ 57575 ਤੇ ਭੇਜ ਸਕਦੇ ਹੋ। ਸੋ ਚਰਚਾ ਨੂੰ ਅੱਗੇ ਵਧਾਉਂਦੇ ਆ ਤੇ ਸਾਡੇ ਕੁਝ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ। ਬਜ਼ਮ ਵੀ ਮੇਰੇ ਨਾਲ ਜੁੜੇ ਹੋਏ ਨੇ, ਸਹਿਯੋਗੀ ਨੇ ਮੇਰੇ, ਜਿਹੜੇ ਜਿਨ੍ਹਾਂ ਨੇ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ। ਬਜ਼ਮ, ਜਦੋਂ ਤੁਸੀਂ ਗਏ ਜਿੱਥੇ ਨਜਾਇਜ਼ ਮਾਈਨਿੰਗ ਦੀ ਤੁਹਾਡੇ ਕੋਲ ਖਬਰ ਸੀਗੀ ਕਿ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਤਾਂ ਅਸੀਂ ਇਹ ਵੀ ਦੇਖਿਆ ਕਿ ਕੁਝ ਇੱਕ ਲੋਕ ਜਿਹੜੇ ਹੈਗੇ ਨੇ ਉੱਥੇ ਤੁਹਾਨੂੰ ਵੇਖ ਕੇ, ਕੈਮਰੇ ਨੂੰ ਦੇਖ ਕੇ ਉੱਥੋਂ ਭੱਜਣਾ ਵੀ ਸ਼ੁਰੂ ਹੋ ਗਏ। जी बिल्कुल, देखो जिथे गलत काम चल रहा होए, नजायज़ माइनिंग चल रही होए, वो कैमरा देख के आपे भजन की कोशिश करते हैं तो उसी तरीके का दृश्य जो है वो उत्थे देखने को मिले। पर नाल दे नाल क्योंकि असी कोशिश की, क्योंकि असी सवेरे भी जिस तरीके नाल खबर जी सवेर तो दिखा रहे हैं, असी यही कोशिश की है दिखाने की कि किस तरीके नाल जिहड़े उत्थे जिहड़े क्रेन है वो किस तरीके नाल जिहड़ा उत्थे मिट्टी है, पत्थर है, वो पट के किस तरीके नाल टिप्परां च पा रही है। तो वो साफ तौर पर जाहिर करता है कि किस तरीके नाल इलीगल जिहड़ी माइनिंग है वो उत्थे हो रही सी। पर नाल दे नाल असी माइनिंग अफसर नाल भी गल कीती, असी होर भी कई सारे पिंड वाले जिहड़े उत्थे ने उन्हां नाल गल कीती। तो उस तो बाद पता लग्या कि वो जिहड़ा 60 मीटर का इलाका है, जिहड़ा 60 किलोमीटर का इलाका है, उस रेडियस च किते माइनिंग का प्रावधान ही नहीं है, यानी किते माइनिंग की नहीं जा सकती सरकार वालों, किते किसी भी तरीके के निर्देश जिहड़े ने वो माइनिंग विभाग वालों नहीं दिते गए कि उत्थे माइनिंग की जा सके। फिर उत्थे माइनिंग किस तरीके की जा रही सी। दूजी गल, जद उत्थे असी गए, असी कोशिश की कि साडे कैमरे दे विच रिकॉर्डिंग जिहड़ी है पूरी हो जाए ताकि असी दिखा सकीए लोकां नूं, सरकार नूं कि किस तरीके नाल अज भी माइनिंग चल रही है। क्योंकि ओपोजिशन का काम हुंदा है कि सवाल चुकना, पर साडा काम है एज अ मीडिया, एज अ जर्नलिज्म, साडा यही काम है जी पंजाब हरियाणा हिमाचल का यही काम है कि लोगों को जो जी है असलीयत वो दिखाने की कोशिश करिए कि इत्थे क्या वाकई माइनिंग हो रही है, वाकई जो गलत चीज़ जो इलीगल चीज़ां वो हो रही है नहीं हो रही। उसी तरीके असी जी कोशिश की अपने कैमरे से रिकॉर्ड करने की कि किस तरीके उस इलाके च माइनिंग जी नाजायज़ माइनिंग वो हो रही है। असी थोड़ा जिहा होर अगे गए जिथे स्टोन क्रैशर लग्या सी, असी माइनिंग विभाग नाल गल की, वो कहते कि रजिस्ट्रेशन जी पूरी हुई हुई है स्टोन क्रैशर की, स्टोन क्रैशर लीगल है, ठीक है, मान लिया लीगल है, पर उसका आस पास का घट्टो घट्ट 300 मीटर का या असी कहिए 500 मीटर का इलाका इहो जिहा सी जिथे सिर्फ मिट्टी सी, कंढी इलाका पैंदा जिथे असी पहुंचे हुए सी उत्थे ते कंढी इलाके च किस तरीके मिट्टी पै गई। तो ये जी है वो पिंड वाले ने गल दसी कि जब वो उतों जो खुड्डा फड़ते हैं, उतों जब खड्ड करते हैं, उस तो बाद उस चीज़ को दबाने लिए मिट्टी पा देंगे हैं। तो उस तरीके असीं देखिया कि किस तरीके मिट्टी के टिल्ले भी जोड़े उत्थे बने हुए सी, यानी जो खड्डा खोदते सीगे उत्थों जो है वो टिप्पर भरते सीगे, उस तो बाद मिट्टी पा देंगे सीगे ताकि सरकार नूं लोकां नूं पता ही ना लग सके कि इत्थे जिहड़ी नाजायज़ माइनिंग चल रही है। यानी किसी इलाके तो नहीं लैके आते सीगे जिहड़े पत्थर सीगे, अपने ही उस इलाके तो नाजायज़ माइनिंग करके उत्थे ही स्टोन क्रैशर ते जिहड़ा है ले जाते सीगे। तो इस चीज़ नूं जिहड़ा है वो जागरूक करना लोकां नूं ताकि किस तरीके नाल नाजायज़ माइनिंग जिहड़ी है उन्हां दे इलाके 'च कीती जा रही है वो जरूरी सीगा। पर नाल दे नाल पिंड वाले ने सहयोग दिता, उन्होंने दस्सिया कि किस तरीके नाल पिछले 3 तो 4 साल तो उन्होंने संघर्ष कमेटी बनाई है, उत्थे जाके कैंडल मार्च किए, प्रोटेस्ट किए, उन्होंने खेत जिहड़े ने वो तबाह होण लग गए ने इस करके, क्योंकि जब अगे पिछे जमीन कर देंदे ने जिस तरीके नाल तोड़ फाड़ कर रहे ने जमीन च, तो वो किस तरीके नाल असर जिहड़ी है उन्हां दी किसानी नूं भी कर रही है, खेती नूं भी कर रही है, पर नाल दे नाल पिंड वाले दे जिहड़े परेशान ने क्योंकि टिप्पर जद उत्थों लंघदे ने उन्हां दी जिहड़ी कनाल बनाई है या होर सीवरेज सिस्टम बनाया सारा तोड़ के चले जाते हैं जी। राइट, बाजवा साहब इसे करके ही असीं अज दा सवाल ये रखिया है कि सरकार दी नक हेठां जिहड़ी ये नजायज़ माइनिंग ਵੱਖ-ਵੱਖ इलाकों के चल रही है, जिवें मेरे सहयोगी दस रहे सी कि सरकार नूं पता ना लगे, प्रशासन नूं पता ना लगे, इस करके मिट्टी दे नाल जिहड़ा उसनूं कवर अप कर दिता गया और ऑथराइज हैगा ही नहीं वो एरिया 50 किलोमीटर या 60 किलोमीटर का जिथे ये माइनिंग हो रही है। फिर ये किहड़े लोग ने जिहड़े ये माइनिंग कर रहे हैं? देखो एक गल मैं मेरे वीर रोड़ी जी ने सवाल कीते सी, सरकार ते कई सवाल चुके सी और ये कहते भी असी भी बड़े जेडे डेमोन्स्ट्रेशनस कर रहे हैं, वख-वख जगह असी कर रहे हैं। देखो जे पंजाब दे विच पहले तो एक छोटा जिहा मैं सवाल तुहाडे कोल पुछना
ਵੀ ਮੈਨੂੰ ਦੱਸੋ ਵੀ ਸਰਕਾਰ ਉਹਨਾਂ ਠੇਕੇਦਾਰਾਂ ਦੀ ਮਦਦ ਕਰੇਗੀ ਜਿਹੜੇ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਨੇ, ਕਿ ਸਰਕਾਰ ਉਹਨਾਂ ਦੀ ਮਦਦ ਕਰੇਗੀ ਜਿਹੜੇ ਇਲੀਗਲ ਮਾਈਨਿੰਗ ਕਰਦੇ ਨੇ? ਇਹ ਬਿਲਕੁਲ ਅਮੂਮਨ ਗੱਲ ਹੈ ਵੀ ਜਿਹੜਾ 300 ਕਰੋੜ 350 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਆ, ਸਰਕਾਰ ਉਹਨਾਂ ਦੀ ਮਦਦ ਕਰੇਗੀ। ਕਿਉਂਕਿ ਜੇ ਇਸ ਵਾਰ 300 ਨਜਾਇਜ਼ ਮਾਈਨਿੰਗ ਦੇ ਥਰੂ ਹੋਵੇ, ਖਜ਼ਾਨਾ ਤੁਹਾਨੂੰ ਬਿਡਿੰਗ ਦੀ ਆਈ ਹੈ, ਤੇ ਫਿਰ ਤੁਹਾਨੂੰ ਅਗਲੇ ਸਾਲ 500 ਕਰੋੜ ਰੁਪਏ ਦੇ ਵੀ ਬਿਡਰਸ ਮਿਲ ਜਾਣਗੇ। ਨਹੀਂ, ਭਾਵੇਂ ਉਹ ਨਜਾਇਜ਼ ਮਾਈਨਿੰਗ ਦੇ ਥਰੂ ਸਰਕਾਰ ਦੇ ਖਜ਼ਾਨੇ ਦੇ ਵਿੱਚ ਸਰਕਾਰ ਨੂੰ ਪੈਸਾ ਦੇਵੇ, ਸਰਕਾਰ ਉਹਨਾਂ ਦੀ ਮਦਦ ਕਰੇਗੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ ਨਜਾਇਜ਼, ਮੇਰੀ ਇੱਕ ਗੱਲ ਦਾ ਜਵਾਬ ਦਿਓ। ਨਜਾਇਜ਼ ਮਾਈਨਿੰਗ ਵਾਲੇ ਸਰਕਾਰ ਦੇ ਖਜ਼ਾਨੇ 'ਚ ਕਿੱਦਾਂ ਪੈਸਾ ਦੇਣਗੇ ਜੀ? ਨਹੀਂ, ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜਾ ਸਰਕਾਰ ਨੂੰ ਪੈਸੇ ਦੇਵੇਗਾ, ਜਿਹੜਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਪਾਵੇਗਾ, ਜਿਹੜੇ ਠੇਕੇਦਾਰ ਬੈਠੇ ਉਹ ਤਾਂ ਕਹਿੰਦੇ ਸਾਨੂੰ ਨੁਕਸਾਨ ਹੋ ਰਿਹਾ। ਮੈਂ ਉਹੀ ਗੱਲ ਕਰਨਾ ਵੀ ਜੇ ਠੇਕੇਦਾਰਾਂ ਦੀ ਸਰਕਾਰ ਅੱਜ ਮਦਦ ਕਰੇਗੀ ਤੇ ਤਾਂ ਹੀ ਤੁਹਾਨੂੰ ਅਗਲੇ ਸਾਲ ਠੇਕੇਦਾਰ ਮਿਲਣਗੇ ਚੰਗੀ, ਤੁਹਾਨੂੰ ਜ਼ਿਆਦਾ ਬਿੱਡ ਦੇਣ ਵਾਲੇ। ਤੇ ਇਲੀਗਲ ਮਾਈਨਿੰਗ ਕਰਾ ਕੇ ਸਰਕਾਰ ਨੂੰ ਕੀ ਫਾਇਦਾ ਹੋਏਗਾ? ਇਹ ਬਿਲਕੁਲ ਗਲਤ ਗੱਲ ਹੈ। ਦੇਖੋ, ਇਸ ਗੱਲ ਦੀ ਦਾਤ ਤੇ ਸਰਕਾਰ ਨੂੰ ਦੇਣੀ ਪਏਗੀ। ਰਾਈਟ, ਠੀਕ ਹੈ। 30 ਕਰੋੜ ਤੋਂ ਖਜ਼ਾਨੇ ਦੇ ਵਿੱਚ ਤੁਸੀਂ 300 ਕਰੋੜ ਤੇ ਲੈਣ ਦਾ, 300 ਕਰੋੜ ਤੇ ਲੈਣ ਦਾ, ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਸਾਰੇ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਨਹੀਂ ਵਿਕਦੀ? ਵਿਕਦੀ ਹੈ ਨਾ। ਉਹ ਬੋਤਲ ਦਿਖਦੀ ਨਹੀਂ, ਵਿਕਦੀਆਂ ਨੇ ਪਿੰਡਾਂ ਦੇ ਵਿੱਚ, ਦਰਿਆਵਾਂ ਦੇ ਕੰਢਿਆਂ ਦੇ ਵਿੱਚ ਨਜਾਇਜ਼ ਸ਼ਰਾਬ ਲੋਕ ਵੇਚਦੇ ਨੇ, ਲਾਹਣ ਵੇਚਦੇ ਨੇ। ਪਰ ਉਹਦੀ ਕਿਉਂ ਨਹੀਂ ਬਹੁਤੀ ਉਹ ਲੋਕਾਂ ਵਿੱਚ ਗੱਲ ਜਾਂਦੀ? ਕਿਉਂਕਿ ਸ਼ਰਾਬ ਵਿਕਦੀ ਨਹੀਂ, ਇੱਥੇ ਮਸ਼ੀਨਾਂ ਵਿਕਦੀਆਂ ਨੇ। ਅਸੀਂ ਕਹਿੰਦੇ ਹਾਂ ਰਾਈਟ। ਔਰ ਰੋੜੀ ਸਾਹਿਬ ਨੇ ਇੱਕ ਸਵਾਲ ਪੁੱਛਿਆ ਹੈਗਾ, ਰੋੜੀ ਸਾਹਿਬ ਨੇ ਇੱਕ ਸਵਾਲ ਪੁੱਛਿਆ ਹੈਗਾ ਐਨਜੀਟੀ ਵਾਲਾ। ਉਹਨਾਂ ਦੀ ਮਸ਼ੀਨਰੀ ਕਨਫਿਸਕੇਟ ਕਰਨੀ ਚਾਹੀਦੀ ਹੈ। ਰਾਈਟ, ਇੱਕ ਮਿੰਟ ਪਹਿਲਾਂ ਬਾਜਵਾ ਸਾਹਿਬ ਕੋਲ ਮੈਂ ਜਵਾਬ ਲੈ ਰਿਹਾ। ਐਨਜੀਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਹੁਕਮ ਜਾਰੀ ਕੀਤੇ ਗਏ ਕਿ ਜਿਹੜੇ ਇਹ ਠੇਕੇਦਾਰ ਹੈਗੇ ਨੇ ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੈਗੀ ਹੈ, ਰੋਪੜ ਇਲਾਕੇ ਦੇ ਠੇਕੇਦਾਰ ਹੈਗੇ ਨੇ, ਉਹਨਾਂ ਤੋਂ 635 ਕਰੋੜ ਰੁਪਏ ਜਿਹੜੇ ਨੇ ਉਹ ਵਸੂਲੇ ਜਾਣ। ਉਹ ਕੀ ਵਸੂਲੀ ਕਿਉਂ ਨਹੀਂ ਹੋ ਸਕੀ? ਮੇਰਾ ਖਿਆਲ ਇਹ ਪਿਛਲੇ 1 ਸਾਲ ਤੋਂ ਇਹ ਪੈਂਡਿੰਗ ਚੱਲਦਾ ਪਿਆ, ਜੇ ਮੈਂ ਗਲਤ ਨਾ ਹੋਵਾਂ ਰੋੜੀ ਸਾਹਿਬ। ਨਹੀਂ, ਬਿਲਕੁਲ ਸਰਕਾਰ ਇਹ ਤੇ ਹਾਈ ਕੋਰਟ ਦੇ ਵਿੱਚ ਕੋਈ ਚੀਜ਼ ਜਿਹੜੀ ਹੋਏਗੀ, ਜਿਹੜੀ ਹਾਈ ਕੋਰਟ ਦੇ ਵਿੱਚ ਕੋਈ ਚੀਜ਼ ਦਾਇਰ ਹੈ, ਉਹਦੇ ਵਿੱਚ ਸਰਕਾਰ ਦੇ ਹੱਥ ਵੱਜੇ ਨੇ। ਜਿੰਨੀ ਦੇਰ ਤੱਕ ਕੋਰਟ ਡਿਸਾਈਡ ਨਹੀਂ ਕਰਦੀ, ਸਰਕਾਰ ਕਿਹੜੇ ਖਜ਼ਾਨਾ ਹੈ ਜਿਹਦੇ ਸਰਕਾਰ ਹਮੇਸ਼ਾ ਤੁਹਾਨੂੰ ਦੇਖੋ ਇਨਕਮ ਟੈਕਸ ਕੀਤੇ ਨੇ ਪੰਜਾਬ ਸਰਕਾਰ, ਤੁਹਾਡਾ ਰੁਪਈਏ ਦਾ ਹੋਏ ਤੁਹਾਡੇ ਪਿੱਛੇ ਟੈਕਸ ਵਾਲੇ ਪੈ ਜਾਂਦੇ ਪੈਸੇ ਵਸੂਲ ਕਰੋ। ਕਿਹੜਾ ਖਜ਼ਾਨਾ ਹੈ ਜਿਹੜਾ ਸਰਕਾਰ ਦੇ ਖਾਤੇ ਸਰਕਾਰ ਲੈ ਨਹੀਂ ਰਹੀ? ਨਹੀਂ, ਪਰ ਜਿਹੜੇ ਐਨਜੀਟੀ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ, ਸਰਕਾਰ ਤੇ ਬਲੇਮ ਲਾਣਾ ਬਿਨਾਂ ਵਜ੍ਹਾ ਗਲਤ ਗੱਲ ਹੈ। ਨਹੀਂ, ਬਿਨਾਂ ਵਜ੍ਹਾ ਕੋਈ ਬਲੇਮ ਨਹੀਂ ਹੈ। ਐਨਜੀਟੀ ਵੱਲੋਂ ਜਦ ਹੁਕਮ ਹੀ ਜਾਰੀ ਕਰ ਦਿੱਤੇ ਗਏ ਨੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੀਤੇ ਗਏ ਨੇ, ਔਰ ਇਹ ਪੰਜਾਬ ਸਰਕਾਰ ਦੇ ਅੰਡਰ ਹੀ ਆਉਂਦਾ ਹੈ। ਐਨਜੀਟੀ ਨੇ ਇਹ ਹੁਕਮ ਜਾਰੀ ਕੀਤੇ ਨਾ ਕਿ ਠੇਕੇਦਾਰਾਂ ਕੋਲੋਂ ਪੈਸੇ ਵਸੂਲੋ, ਰਿਕਵਰ ਕਰੋ, ਵਸੂਲ ਕਰੋ। ਵਸੂਲ ਕਿਉਂ ਨਹੀਂ ਕਰ ਰਹੇ ਦੱਸੋ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖਜ਼ਾਨਾ ਖਾਲੀ ਹੈ, ਪੈਸੇ ਅਸੀਂ ਲੈਣੇ ਨੇ, ਲੈ ਕਿਉਂ ਨਹੀਂ ਰਹੇ ਦੱਸੋ? ਬਾਜਵਾ ਸਾਹਿਬ, ਹੁਕਮ ਇਹ ਜਾਰੀ ਨੇ ਕਿਹੜੇ ਪੈਸੇ ਦੀ ਗੱਲ ਕਰਦੇ ਹੋ? ਪੰਜਾਬ ਦੇ ਪੋਲੂਸ਼ਨ ਬੋਰਡ ਨੂੰ ਕਿਹੜੇ ਪੈਸੇ ਦੀ ਗੱਲ ਕਰਦੇ ਹੋ? 600 ਗੱਲ ਕਹਿਣਾ ਚਾਹੁੰਦਾ ਕਰੋੜ ਰੁਪਇਆ ਔਰ ਰਿਕਵਰ ਕਰੋ, ਵਸੂਲ ਕਰੋ। ਕਿਹਦੇ ਕੋਲੋਂ ਵਸੂਲ ਕਰਨਾ ਚਾਹੀਦਾ? ਮੈਂ ਕੋਈ ਗੱਲ ਕਹਿਣਾ ਚਾਹੁੰਦਾ। ਆ ਰਿਹਾ ਅਸ਼ੋਕ ਜੀ, ਮੈਂ ਤੁਹਾਡੇ ਕੋਲ ਆ ਰਿਹਾ। ਅਸ਼ੋਕ ਜੀ, ਮੈਂ ਆ ਰਿਹਾ ਤੁਹਾਡੇ ਕੋਲ। 635 ਇਹਨੂੰ ਕਲੀਅਰ ਤੇ ਕਰੋ, ਇਹਨੂੰ ਕਲੀਅਰ ਤੇ ਕਰੋ ਵੀ ਕਿਹੜੇ ਪੈਸੇ ਦੀ ਗੱਲ ਕਰਦੇ? ਇਹ ਸਰ ਪੈਸੇ ਉਹ ਹੈਗੇ ਨੇ ਜਿਹੜੇ ਠੇਕੇਦਾਰਾਂ ਕੋਲੋਂ ਵਸੂਲ ਕਰਨ ਨੂੰ ਕਿਹਾ, ਜਿਨ੍ਹਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੈਗੀ ਹੈ। ਰੋਪੜ ਦੇ ਇਲਾਕੇ ਦੇ ਵਿੱਚ ਕੁਝ ਇੱਕ ਏਰੀਆਜ਼ ਹੈਗੇ ਨੇ ਜਿੱਥੇ ਨਜਾਇਜ਼ ਮਾਈਨਿੰਗ ਹੋਈ, ਉਹਨਾਂ ਠੇਕੇਦਾਰਾਂ ਕੋਲੋਂ ਵਸੂਲਣ ਦੀ ਗੱਲ ਆਖੀ ਹੈ। ਹਰਸਾ ਵੇਲਾ ਖੱਡ ਇੱਕ ਦਾ 635 ਕਰੋੜ ਰੁਪਈਆ। ਹਾਂਜੀ, ਇਹ ਕਦੋਂ ਵਸੂਲਣ ਦੀ ਗੱਲ ਕੀਤੀ ਗਈ ਹੈ ਜੀ ਰੋੜੀ ਸਾਹਿਬ? ਇੱਕ ਸਾਲ ਤੋਂ ਮੈਂ ਦੱਸਿਆ ਜੀ। ਬਾਜਵਾ ਸਾਹਿਬ, ਤੁਸੀਂ ਗੱਲ ਧਿਆਨ ਨਾਲ ਨਹੀਂ ਸੁਣਦੇ। ਅਸੀਂ ਪਹਿਲਾਂ ਮੇਰੀ ਬੇਨਤੀ ਸੁਣ ਲਿਓ। ਸਾਡੀ ਪਾਰਟੀ ਵੱਲੋਂ ਅਸੀਂ ਪਹਿਲਾਂ ਐਨਜੀਟੀ ਚ ਗਏ। ਐਨਜੀਟੀ ਨੇ ਉਹਨਾਂ ਜਗ੍ਹਾ ਦੇ ਉੱਤੇ ਜਾ ਕੇ ਪਹਿਲਾਂ ਮਿਣਤੀ ਕੀਤੀ ਕਿ ਕਿੰਨੀ ਨਜਾਇਜ਼ ਮਾਈਨਿੰਗ ਹੋਈ ਹੈ। ਉਹ ਤੋਂ ਬਾਅਦ ਅਸੀਂ ਫਿਰ ਪਟੀਸ਼ਨ ਦਾਇਰ ਕੀਤੀ। ਫਿਰ ਐਨਜੀਟੀ ਨੇ ਹੁਕਮ ਕੀਤਾ ਕਿ ਇਸ ਜਗ੍ਹਾ ਤੋਂ 635 ਕਰੋੜ ਦਾ ਘੁਟਾਲਾ ਹੋਇਆ।
ਜਿਹੜਾ ਕਿ ਤੁਸੀਂ ਠੇਕੇਦਾਰਾਂ ਕੋਲੋਂ ਰਿਕਵਰ ਕਰਨਾ ਹੈ ਔਰ ਮੁੜ ਕੇ ਪੋਲੂਸ਼ਨ ਬੋਰਡ ਨੂੰ ਹਦਾਇਤ ਹੋਈ ਹੈ ਕਿ 635 ਕਰੋੜ ਰੁਪਏ ਰਿਕਵਰ ਕੀਤਾ ਜਾਵੇ, ਪਰ ਪੰਜਾਬ ਸਰਕਾਰ ਇਹਨੂੰ ਠੰਡੇ ਬਸਤੇ 'ਚ ਪਾ ਰਹੀ ਹੈ। ਜਿਹੜਾ ਤੁਸੀਂ 635 ਕਰੋੜ ਰੁਪਇਆ ਸਰਕਾਰ ਨੇ ਲੈਣਾ ਉਹ ਤੁਸੀਂ ਕਿਉਂ ਨਹੀਂ ਲੈ ਰਹੇ? ਮੈਨੂੰ ਲੱਗਦਾ ਕਿ ਤੁਹਾਨੂੰ ਜਾਣਕਾਰੀ ਨਹੀਂ ਹੈ, ਕਿਰਪਾ ਕਰਕੇ ਜਾਣਕਾਰੀ ਪੂਰੀ ਰੱਖਿਆ ਕਰੋ। ਨਹੀਂ, ਮੇਰੀ ਗੱਲ ਮੈਨੂੰ ਤੁਹਾਡੇ ਨਾਲ ਵੱਧ ਜਾਣਕਾਰੀ ਹੈ। ਤੁਸੀਂ ਜਿਹੜੀ 20 MLA ਦੀ ਪਾਰਟੀ 12 ਤੇ ਆ ਗਏ, ਮੈਨੂੰ ਪੰਜਾਬ ਦੀ ਸਾਰੀ ਜਾਣਕਾਰੀ ਹੈ। ਮੈਂ ਇੱਕ ਗੱਲ ਦਾ ਜਵਾਬ ਤੁਹਾਡੇ ਕੋਲ ਪੁੱਛਣਾ ਚਾਹਨਾ, ਅਸੀਂ ਇੱਕ ਵੀ ਨਹੀਂ ਰਹੇ, ਤੁਸੀਂ ਦੱਸੋ ਪੈਸੇ ਕਿਉਂ ਨਹੀਂ ਲੈ ਰਹੇ? ਨੇ ਇਹ 635, ਇੱਕ ਮਿੰਟ ਮੇਰੀ ਗੱਲ ਸੁਣੋ, ਮੇਰੀ ਗੱਲ ਦੀ ਗੱਲ ਸੁਣ ਲਓ। ਜਿਹੜੇ 635 ਕਰੋੜ ਦੀ ਡਿਮਾਂਡ ਰੱਖੀ ਹੈ, ਇਹਦੇ ਲਈ ਉਹਨਾਂ ਨੇ ਕੰਟਰੈਕਟਰ ਵੀ ਤੇ ਆਇਡੈਂਟੀਫਾਈ ਕੀਤੇ ਹੋਣਗੇ। ਉਹਦੀ ਕੋਈ ਲਿਸਟ ਹੀ ਵਿਖਾ ਦਿਓ। ਤੁਹਾਨੂੰ ਹੁਕਮ ਦੇਤਾ ਸਰਕਾਰ ਨੂੰ, ਲਿਸਟ ਦੇ ਦਿਓ, ਅਸੀਂ ਸਰਕਾਰ ਨੂੰ ਕਹਿਣ ਵਾਲੇ ਬਣੀਏ। ਕਿਉਂ ਨਹੀਂ ਕੀਤੇ? ਸਾਰੇ ਕੀਤੇ ਨੇ। ਤੁਹਾਨੂੰ ਮੈਂ ਲਿਸਟ ਸਾਰੀ WhatsApp ਕਰ ਦਿੰਦਾ। ਕਿਹੜੇ ਠੇਕੇਦਾਰ ਨੇ? ਠੇਕੇਦਾਰਾਂ ਤੋਂ ਕਿ ਇਲੀਗਲ? ਅੱਜ ਸਵੇਰ ਦੀ ਖਬਰ ਚੱਲ ਰਹੀ, ਮੇਰੀ ਬੇਨਤੀ ਇੱਕ ਹੋਰ ਸੁਣ ਲਓ, ਇੱਕ ਬੇਨਤੀ ਹੋਰ ਸੁਣ ਲਓ ਜੀ। ਪੰਜਾਬ ਹਰਿਆਣਾ ਤੇ ਖਬਰ ਚੱਲ ਰਹੀ ਹੈ ਕਿ ਜਿਹੜੇ ਲੁਧਿਆਣੇ ਦੇ DC ਨੇ ਉਹ ਕੁਆਰੰਟਾਈਨ ਹੋਏ ਨੇ, ਇਸ ਕਰਕੇ ਰਿਪੋਰਟ ਨਹੀਂ ਜਾਰੀ। ਹਾਈ ਕੋਰਟ ਨੇ ਸਰਕਾਰ ਨੂੰ ਫਿਰ ਫਟਕਾਰ ਲਾਈ ਹੈ ਕਿ ਤੁਸੀਂ ਜਲਦੀ ਤੋਂ ਜਲਦ ਜਿਹਨਾਂ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਦੀ ਰਿਪੋਰਟ ਭੇਜੋ ਹਾਈ ਕੋਰਟ ਨੂੰ। ਸਰਕਾਰ ਫਿਰ ਸੁੱਤੀ ਪਈ ਹੈ। ਤੁਸੀਂ ਗੱਲ ਕਰਦੇ ਹੋ 20 ਤੋਂ 12 ਦੀ, ਤੁਸੀਂ ਉਹ ਗੱਲ ਛੱਡ ਦਿਓ, ਗੱਲ ਨੂੰ ਹੋਰ ਪਾਸੇ ਨਾ ਪਾਓ। ठीक है, एक मिनट रोड़ी साहब, मैं ਤੁਹਾਨੂੰ इंटरप्ट करना चाहूंगा। बाजवा साहब ने जवाब तो नहीं दिता हैगा, बाजवा साहब ने जवाब नहीं दिता, पर अशोक जी कुछ कहना चाह रहे हैं, शायद वो ऐड करना चाह रहे। एक मिनट, अशोक जी कुछ ऐड करना चाह रहे। अशोक जी। रूडी साहब जो कह रहे हैं लुधियाना वाली, मैं उस बात का जवाब देता हूं कि ये आदमी, जिस आदमी ने रिट की है, इस आदमी के खिलाफ ऑलरेडी 2 FIR है। इस आदमी ने खुद माइनिंग खड्ड चलाई थी, उसका FIR दर्ज है। जिस गाड़ी की इसने पर्ची पेश की है उस गाड़ी पर ऑलरेडी इलीगल माइनिंग का मुकदमा दर्ज है। तो कुछ लोग कार्टियल पंजाब में ऐसे हैं जिन लोगों का काम ही है कि जो पुरानी गाड़ियां चलाते हैं, मशीनें रखते हैं, उनका ये काम है कि उन्होंने एप्लीकेशन देनी है, उन्होंने फर्जी वो वीडियो बना के देनी है। कहीं की वीडियो है, किसान अपनी जमीन में झोना लगा रहा है और वो फोटो खींच के भेज रहे हैं कि साहब ये देखो माइनिंग हो रही है। खैर, इस बात का फैसला कोर्ट करेगी या हमारे DC साहब या सेशन जो भी जाएंगे वो अपने आप बताएंगे कि क्या हुआ है क्या नहीं हुआ। एक बात मैं जरूर कहना चाहूँगा, इन सब बातों की समस्या का एक हल है। हम अदर स्टेट में माइनिंग करते हैं, आप देखिए जितना भी माइनिंग मटेरियल है वो 90% सरकार के कामों में ही लगता है, चाहे वो PWD है, चाहे NHA है, चाहे प्रधानमंत्री योजना है। सरकार ठेकेदारों के बिल, रॉयल्टी की पर्ची और बिल के बाद ही उनको भुगतान करे तो अपने आप इलीगल कोई खरीदने वाला ही नहीं बचेगा। ठीक है, मैं जवाब ले लेना। रोडी साहब, ऐसा ऑर्डर देखो, गल ये है कि बिहार में ऑलरेडी हुआ है, ऐसा ऑर्डर उत्तर प्रदेश में हुआ है, ऐसा ऑर्डर मध्य प्रदेश में हुआ है। नहीं देखो, मैं इन्हां दी गल नूं जवाब दे दिंदा जी। देखो, नवजोत सिंह सिद्धू साहब तमिलनाडु वाली माइनिंग वाली पॉलिसी लेके आए थे, तो सरकार की है ना साहब। राइट। अशोक जी एक मिनट, रोडी साहब जवाब दे रहे हैं, वो जवाब सुन लिए पहला। नवजोत सिद्धू जी तमिलनाडु वाली ਜਿਹੜੀ ਮਾਈਨਿੰਗ ਦੀ ਪਾਲਿਸੀ ਹੈ ਉਹ ਲੈ ਕੇ ਆਏ ਸੀ ਕਿ ਜੇਕਰ ਉਹ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਹੋ ਜਾਏ ਤੇ ਪੰਜਾਬ ਦੇ ਵਿੱਚ ਸਾਰਾ ਹੀ ਜਿਹੜਾ ਮਾਈਨਿੰਗ ਮਾਫੀਆ ਖਤਮ ਹੋ ਕੇ ਸਰਕਾਰ ਦਾ ਖਜ਼ਾਨਾ ਭਰ ਸਕਦਾ ਹੈ। ਪਰ ਸਰਕਾਰ ਦੀ ਮਨਸ਼ਾ ਨਹੀਂ ਹੈ, ਕਿਉਂਕਿ ਜੇਕਰ ਇੱਕ ਨੰਬਰ ਦੇ ਖਜ਼ਾਨੇ ਵਿੱਚ ਪੈਸਾ ਆਉਣ ਲੱਗ ਪਿਆ ਤਾਂ ਜਿਹੜੇ ਇਹਨਾਂ ਦੇ ਧਨਾੜ, ਜਿਹੜੇ ਇਹਨਾਂ ਦਾ ਹਾਜ਼ਮਾ ਬੜਾ ਤਕੜਾ ਹੈ, ਤਾਂ ਉਹ ਜਿਹੜੇ ਉਹ ਕਿੱਥੇ ਜਾਣਗੇ। ਅੱਜ ਭਾਵੇਂ ਜੇਕਰ ਕੋਈ ਬੰਦਾ ਆਪਣੇ ਖੇਤ ਦੇ ਵਿੱਚੋਂ ਟਰਾਲੀ ਭਰ ਕੇ ਆਪਣੇ ਘਰ ਨੂੰ ਰੇਤੇ ਦੀ ਲਿਆਵੇ ਤਾਂ ਉਹਦੇ ਤੇ ਪਰਚਾ ਦਰਜ ਹੈ। ਪੰਜਾਬ ਦੀਆਂ ਤੁਸੀਂ ਸੜਕਾਂ ਦੇਖੋ, ਤੁਸੀਂ ਜਿੰਨਾ ਵੀ ਹਿਮਾਚਲ ਤੋਂ ਪੰਜਾਬ ਦੇ ਰਸਤੇ, ਗੜਸ਼ੰਕਰ ਰਸਤੇ, ਭਾਵੇਂ ਆਪਣੇ ਚੱਬੇਵਾਲ ਦੇ ਮਾਲਪੁਰ ਤੋਂ, ਭਾਵੇਂ ਬਾਥੜੀ ਤੋਂ, ਰੋਪੜ ਤੋਂ, ਜਿੰਨਾ ਵੀ ਕ੍ਰੈਸ਼ਰ ਉੱਥੋਂ ਇਲੀਗਲ ਲੰਘ ਰਹੇ ਨੇ, ਉਹ ਸਾਰਿਆਂ ਦੇ ਸੜਕਾਂ ਦੇ ਉਹ ਹਾਲਾਤ ਨੇ, ਲੋਕਾਂ ਨੂੰ ਲੰਘਣ ਤੋਂ ਉਹ ਬੁਰਾ ਹਾਲਾਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ। ਰੋਜ਼ ਐਕਸੀਡੈਂਟ ਹੁੰਦੇ ਨੇ। ਸਰਕਾਰ ਸੁੱਤੀ ਪਈ ਹੈ, ਸਰਕਾਰ ਅੱਖਾਂ ਮੀਟ ਕੇ ਸੁੱਤੀ ਪਈ ਹੈ। ਸਰਕਾਰ ਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਹਨੇ ਤੋਂ ਕਿੰਨੇ ਪੈਸੇ ਲੈਣੇ ਆ, ਕਿਹੜੀ ਕੋਰਟ ਨੇ ਕੀ ਹਦਾਇਤ ਦਿੱਤੀ ਉਹ ਨਹੀਂ ਪਤਾ।
ਸਿਰਫ ਇਹ ਪਤਾ ਹੈ ਕਿ ਕਿੱਥੋਂ ਮਹੀਨਾ ਆਉਣਾ, ਕਿੱਥੋਂ ਰੋਜ਼ ਦਾ ਜਿਹੜਾ ਗੁੰਡਾ ਪਰਚੀ ਕਿਵੇਂ ਲਾਣੀ ਹੈ। ਜੋ ਪਿਛਲੇ 10 ਸਾਲਾਂ ਦੇ ਵਿੱਚ ਭਾਵੇਂ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਮਾਫੀਆ ਸੀ, ਜੇਕਰ ਇੱਕ ਨੂੰ ਵੀ ਕੋਈ ਠੱਲ ਪਾਈ ਹੈ ਤਾਂ ਬਾਜਵਾ ਸਾਹਿਬ ਜਵਾਬ ਦੇ ਸਕਦੇ ਆ। ਆਪ ਮੰਨਦੇ ਨੇ ਕਿ ਸ਼ਰਾਬ ਵੀ ਵਿਕ ਰਹੀ ਹੈ, ਆਪ ਮੰਨਦੇ ਨੇ ਕਿ ਜਿਹੜੇ ਪੋਲੀਟੀਕਲ ਲੋਕ ਨੇ ਕਹਿੰਦੇ ਬਾਜਵਾ ਸਾਹਿਬ ਫਾਈਨਲ ਕਮੈਂਟ ਓਨਲੀ 30 ਸੈਕਿੰਡਸ ਓਨਲੀ 30 ਸੈਕਿੰਡਸ ਆਪੇ ਮੰਨਣ ਲੱਪਣ ਸਟੇਜ ਟੈਲੀਵਿਜ਼ਨ ਤੇ ਬਹਿ ਕੇ 30 ਸੈਕਿੰਡਸ ਹੈ ਮੇਰੇ ਕੋਲ, ਸਿਰਫ 30 ਸੈਕਿੰਡਸ ਹੈ। ਹਾਂਜੀ ਬੋਲੋ। ਜੋ ਰੋੜੀ ਸਾਹਿਬ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਉਹਦਾ ਜਵਾਬ। ਰੋੜੀ ਸਾਹਿਬ ਗੱਲਾਂ ਕਰ ਰਹੇ ਨੇ, ਮੇਰੀ ਇੱਕ ਉਹੀ ਗੱਲ ਦਾ ਮੈਂ ਜਵਾਬ ਦੇ ਰਿਹਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇੱਕ 30 ਕਰੋੜ ਰੁਪਏ ਤੋਂ ਤੁਸੀਂ ਖਜ਼ਾਨਾ 330 ਕਰੋੜ ਤੇ ਲੈ ਜਾਂਦੇ ਹੋ, ਕਿ ਇਹ ਉਹਦਾ ਵਾਧਾ ਨਹੀਂ? ਕਿ ਇਹ ਜਿਹੜਾ ਨੈਕਸਸ ਤੋੜਿਆ ਇਹ ਮਾਫੀਆ ਦਾ? ਅੱਜ ਅਕਾਲੀ ਵੀਰ ਨਹੀਂ ਮੈਨੂੰ ਨਜ਼ਰ ਆਇਆ ਡਿਬੇਟ ਤੇ। ਜੇ ਮੈਨੂੰ ਇੱਕ ਮੇਰੀ ਗੱਲ ਸੁਣੋ, ਇੱਕ ਅਕਾਲੀ ਵੀਰ ਨਹੀਂ ਮੈਨੂੰ ਕੋਈ ਨਜ਼ਰ ਆਇਆ। 10 ਸੈਕਿੰਡ ਨਹੀਂ ਤੇ ਮਾਫੀਆ ਮੈਂ ਦੱਸਦਾ ਵੀ ਉਹ ਮਾਫੀਆ ਕੀ ਸੀ। ਹੁਣ ਮੇਰੀ ਇੱਕ ਗੱਲ ਸੁਣ ਲਓ, ਸਰਕਾਰ ਦੇ ਖਜ਼ਾਨੇ 'ਚ ਪੈਸੇ ਵੱਧ ਆ ਰਹੇ ਨੇ, ਹਿੱਸਾਪਤੀ ਘਰ ਬੈਠੇ ਹਰ ਚੀਜ਼। ਕਿਹੜੀ ਚੀਜ਼ ਹੈ ਜਿੱਥੇ ਖਜ਼ਾਨੇ ਦੇ ਵਿੱਚ ਵਾਧਾ ਨਹੀਂ ਹੋਇਆ? ਇਨ ਸ਼ਾਰਟ 10 ਸੈਕਿੰਡਸ। ਹਾਂ, ਮੈਂ ਇਹ ਕੋਈ ਗੱਲ ਕਰ ਰਿਹਾ। ਦੇਖੋ, ਜਿੱਥੇ ਇੱਕ ਚੀਜ਼ ਕਦੀ ਪਿਕਚਰ ਇਸ ਤਰੀਕੇ ਦੀ ਜਿਹੜੇ ਲੋਕਾਂ ਦੀ ਪੇਂਟ ਨਹੀਂ ਕਰਨੀ ਚਾਹੀਦੀ। ਰਾਈਟ ਅਸ਼ੋਕ ਜੀ, ਰੋੜੀ ਸਾਹਿਬ, ਬਾਜਵਾ ਸਾਹਿਬ, ਬਜ਼ਮ, ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸੋ ਜਿਹੜਾ ਅੱਜ ਅਸੀਂ ਦਰਸ਼ਕਾਂ ਤੋਂ ਜਿਹੜਾ ਸਵਾਲ ਪੁੱਛਿਆ ਸੀਗਾ ਉਹ ਵੀ ਇੱਕ ਵਾਰ ਦੁਹਰਾ ਦਿੰਦੇ ਆ ਕਿ ਸਰਕਾਰ ਦੀ ਨੱਕ ਹੇਠਾਂ ਜਿਹੜੇ ਇਹ ਵੱਖ-ਵੱਖ ਇਲਾਕਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਖੇਡ ਖੇਡੀ ਜਾ ਰਹੀ ਹੈ, ਇਸ ਦਾ ਜਵਾਬ ਵੀ ਸਾਡੇ ਕੋਲ ਆ ਚੁੱਕੇ ਨੇ। ਸੋ ਜਵਾਬ ਦੇ ਮੁਤਾਬਕ 100% ਲੋਕਾਂ ਨੇ ਕਿਹਾ ਸਰਕਾਰ ਤੇ ਪ੍ਰਸ਼ਾਸਨ ਦੀ ਨੱਕ ਹੇਠਾਂ ਇਹ ਖੇਡ ਖੇਡੀ ਜਾ ਰਹੀ ਹੈ। 100% ਲੋਕਾਂ ਨੇ ਇਹੀ ਜਵਾਬ ਦਿੱਤਾ ਸਰ।